ਜਿਹੜੇ ਛੋਟੇ ਜਿਹੇ ਬੁਲਾਵੇ ਤੇ ਇੱਥੇ ਪਹੁੰਚੇ ਹੋ ਜੀ। ਸਾਡਾ ਇੱਥੇ ਮੁੱਖ ਮਕਸਦ ਹੈ ਜਿਹੜਾ DBW 303 ਜਿਹੜੀ ਕਣਕ ਦੀ ਨਵੀਂ ਵੈਰਾਈਟੀ ਹੈ ਜੀ, ਉਹਦੇ ਸੰਬੰਧ ਵਿੱਚ ਤੁਹਾਨੂੰ ਜਾਗਰੂਕ ਕਰਨਾ ਤੇ ਇਹਦਾ ਸੀਡ ਹੈ ਜਿਹੜਾ ਬਿਨਾਂ ਕਿਸੇ ਖਰਚੇ ਤੋਂ ਫ੍ਰੀ ਆਫ ਕਾਸਟ ਤੁਹਾਨੂੰ ਜਿਹੜਾ 10-10 ਕਿਲੋ ਟ੍ਰਾਇਲ ਦੇ ਤੌਰ ਤੇ ਆਪਾਂ ਜਿਹੜਾ ਵੰਡਣਾ ਹੈ ਕਿ ਇਸ ਵੈਰਾਈਟੀ ਦੀ ਜਿਹੜੀ ਪਰਫਾਰਮੈਂਸ ਹੈ, ਜਿਵੇਂ ਤੁਸੀਂ ਪਿੱਛੇ ਲਿਖੀ ਦੇਖ ਸਕਦੇ ਹੋ ਕਿ ਯੂਨੀਵਰਸਿਟੀ ਦੇ ਅਕੋਰਡਿੰਗ ਇਹ ਜਿਹੜੀ ਵੈਰਾਈਟੀ ਹੈ ਜੀ, ਇਹਨੂੰ ਕਣਕ ਦਾ ਭਵਿੱਖ ਕਿਹਾ ਜਾ ਸਕਦਾ। ਕਿਹੜੇ ਏਰੀਏ 'ਚ ਇਹਦੀ ਕੀ ਪਰਫਾਰਮੈਂਸ ਰਹੀ ਆ। ਸਭ ਤੋਂ ਪਹਿਲਾਂ ਜੀ, ਤੁਸੀਂ ਜਿਹੜੇ ਵੀ ਵੀਰ ਕਣਕ ਲੈ ਕੇ ਜਾ ਰਹੇ ਹੋ, ਇਹਦੀ ਸਾਂਭ ਸੰਭਾਲ ਬਾਰੇ ਥੋੜ੍ਹੀਆਂ ਜਿਹੀਆਂ ਆਪਾਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰ ਲਈਏ। 1 ਤੋਂ 2 ਸਪਰੇਆਂ ਜਿਹੜੀਆਂ ਨੂੰ ਗਰੋਥ ਰੈਗੂਲੇਟਰ ਦੀਆਂ ਕਰਨੀਆਂ ਪੈਂਦੀਆਂ ਨੇ। ਗਰੋਥ ਰੈਗੂਲੇਟਰ ਇਹ ਹੈ ਕਿ ਇਹ ਕਣਕ ਜਿਹੜੀ ਥੋੜ੍ਹੀ ਜਿਹੀ ਹਾਈਟ ਜਿਹੜੀ ਜ਼ਿਆਦਾ ਕਰ ਲਊਗੀ, ਉਹਨੂੰ ਰੋਕਣ ਲਈ ਆਪਾਂ ਇੱਥੇ ਗਰੋਥ ਰੈਗੂਲੇਟਰ ਦੀ ਵਰਤੋਂ ਕਰਨੀ ਹੈ। 1 ਤੋਂ 2 ਸਪਰੇਆਂ। ਪਹਿਲੀ ਸਪਰੇਅ ਜਦੋਂ ਨੋਡ ਬਣਨੀ ਸ਼ੁਰੂ ਹੋਏ ਜੀ, ਉਦੋਂ ਜ਼ਰੂਰੀ ਹੈ। ਦੂਜੀ ਸਪਰੇਅ ਲੋੜ ਪੈਣ ਮੁਤਾਬਕ ਆਪਾਂ ਕਰ ਸਕਦੇ ਹਾਂ। ਤੇ ਦੂਜੀਆਂ ਨਾਰਮਲ ਜਿਹੜੀਆਂ ਆਪਣੀਆਂ ਕਣਕ ਦੀਆਂ ਵੈਰਾਈਟੀਆਂ ਜੀ, ਉਹਨਾਂ ਨਾਲੋਂ ਖਾਦ ਦੀ ਡਿਮਾਂਡ ਹੈ ਜਿਹੜੀ, ਖਾਸ ਕਰਕੇ ਫਾਸਫੇਟ ਜਿਹਨੂੰ DAP ਤੇ ਪੋਟਾਸ਼ ਕਿਹਾ ਜਾਂਦਾ ਹੈ ਜੀ, ਉਹ 25% ਜ਼ਿਆਦਾ ਦੇਣੀ ਹੈ ਦੂਜੀਆਂ ਵੈਰਾਈਟੀਆਂ ਨਾਲੋਂ। ਜੇ 1 ਬੋਰੀ ਪਾਉਂਦੇ ਹੋ ਤਾਂ ਇਹ 'ਚ 12 ਕਿਲੋ ਜਿਹੜੀ ਐਕਸਟਰਾ ਪਾਓ। ਜੇ ਪੋਟਾਸ਼ 25 ਕਿਲੋ ਪਾਉਂਦੇ ਹੋ ਤਾਂ 30 ਕਿਲੋ ਪੋਟਾਸ਼ ਜਿਹੜੀ ਜ਼ਰੂਰੀ ਹੈ, ਕਿਉਂਕਿ ਗ੍ਰੇਨ ਵੇਟ ਜਿਹੜਾ ਜੀ, ਦਾਣੇ ਦਾ ਵਜ਼ਨ, ਉਹ ਪੋਟਾਸ਼ ਨਹੀਂ ਬਣਾਉਣਾ ਹੁੰਦਾ। ਤੇ ਇਸ ਵੈਰਾਈਟੀ ਦੀ ਪੋਟੈਂਸ਼ੀਅਲ ਯੀਲਡ ਹੈ ਜਿਹੜੀ, ਇੱਕ ਹੁੰਦੀ ਹੈ ਕਿ ਵੈਰਾਈਟੀ ਕਿੱਥੋਂ ਤੱਕ ਜਾ ਸਕਦੀ ਆ। ਵੀਟ ਐਂਡ ਬਾਰਲੇ ਰਿਸਰਚ ਇੰਸਟੀਚਿਊਟ ਜਿਨ੍ਹਾਂ ਨੇ ਇਹ ਵੈਰਾਈਟੀ ਬਣਾਈ ਹੈ, ਉਹਨਾਂ ਦੇ ਅਕੋਰਡਿੰਗ ਉਹ ਕਹਿੰਦੇ ਕਿ ਇਹ ਜਿਹੜੀ 39 ਕੁਇੰਟਲ ਤੱਕ ਪਹੁੰਚ ਸਕਦੀ ਹੈ। ਡਾਕਟਰ ਗਜਿੰਦਰ ਪ੍ਰਸਾਦ ਜੀ ਜਿਨ੍ਹਾਂ ਦੀ ਇਹ ਵੈਰਾਈਟੀ ਹੈ, ਉਹਨਾਂ ਨੇ ਇਹ ਵੈਰਾਈਟੀ ਡਿਵੈਲਪ ਕੀਤੀ ਹੈ। ਪਰ ਪਿਛਲੇ ਸਾਲ ਦੇ ਜਿਹੜੇ ਡਾਟੇ ਆ ਜੀ, ਨਾਰਮਲ ਖੇਤਾਂ ਦੇ ਵਿੱਚ 27 ਤੋਂ 28 ਕੁਇੰਟਲ ਤੱਕ ਇਹਨੇ ਪਰਫਾਰਮੈਂਸ ਦੇ ਦਿੱਤੀ। ਹਾਲਾਂਕਿ ਇਹ ਥੋੜ੍ਹੀ ਜਿਹੀ ਸੰਭਾਲ ਜ਼ਿਆਦਾ ਮੰਗਦੀ ਹੈ। ਜੇ ਆਪਾਂ ਇਹਦੀ ਸੰਭਾਲ ਚੰਗੀ ਤਰ੍ਹਾਂ ਕਰ ਲਈਏ ਤਾਂ 32 ਕੁਇੰਟਲ ਤੱਕ ਇਹਨੂੰ ਔਸਤਨ ਲੈ ਕੇ ਜਾਇਆ ਜਾ ਸਕਦਾ। ਤੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਜਿਹੜੀ ਮੈਂ ਕਲੀਅਰ ਕਰਨੀ ਚਾਹੁੰਦਾ ਕਿ ਇੱਕ ਰੌਲਾ ਜਿਹੜਾ ਬਹੁਤ ਜ਼ਿਆਦਾ ਪਿਆ ਹੈ ਕਿ ਡੁਪਲੀਕੇਟ ਸੀਡ ਜਾਂ ਸੀਡ ਬਰੀਡਰ ਹੈ ਜਿਹੜੇ, ਉਹਨਾਂ ਕੋਲ ਸੀਡ ਜਿਹੜਾ ਕਿੱਥੋਂ ਆਇਆ। ਇਹ ਪਿਛਲੇ ਸਾਲ ਜਦੋਂ ਇਹ ਵੈਰਾਈਟੀਆਂ ਆਈਆਂ ਸੀ ਤਾਂ ਕਿਸੇ ਨੂੰ 20 ਕਿਲੋ, ਕਿਸੇ ਨੂੰ 40 ਕਿਲੋ, ਕਿਸੇ ਨੂੰ 50 ਕਿਲੋ ਸੀਡ ਜਿਹੜਾ ਦਿੱਤਾ ਗਿਆ। ਤੇ 2 ਕਿਲੋ ਬੀਜ ਨਾਲ, ਹੁਣ ਸ਼ਾਇਦ ਕਈ ਜਣੇ ਕਹਿਣ ਪਏ ਗੱਲ ਗਲਤ ਹੈ, ਇਸੇ ਕਰਕੇ ਕਿਸਾਨ ਵੀ ਇੱਥੇ ਬੈਠੇ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ 2-2 ਕਿਲੋ ਬੀਜ ਲਾ ਕੇ ਪ੍ਰਤੀ ਏਕੜ 2 ਕਿਲੋ ਬੀਜ ਨਾਲ 1 ਕਿੱਲਾ ਬੀਜਿਆ ਗਿਆ ਸੀ ਤੇ 10 ਤੋਂ 12 ਕੁਇੰਟਲ ਦੇ ਔਸਤਨ ਜਿਹੜਾ ਝਾੜ ਲਿਆ ਗਿਆ 1 ਕਿਲੋ ਦੇ 2 ਕਿਲੋ ਬੀਜ ਨਾਲ। ਇਹ ਫਾਰਮਰ ਇੱਥੇ ਬੈਠੇ ਜੀ, ਇਹਨਾਂ ਦੇ ਖੇਤਾਂ ਦੇ ਵਿੱਚ ਇਹ ਜਿਹੜੇ ਟ੍ਰਾਇਲ ਲੱਗੇ ਸੀ ਤੇ ਇਹਦੀ ਇੰਨੀ ਜਿਹੜੀ ਪੋਟੈਂਸ਼ੀਅਲ ਯੀਲਡ ਹੈ ਉਹ ਨਿਕਲੀ ਹੈ। ਹੁਣ ਆਪਾਂ ਗੱਲ ਕਰਦੇ ਜੀ ਤਾਂ ਬੀਜ ਸੀਡ ਰੇਟ ਜਿਹੜਾ ਆਪਾਂ 35 ਕਿਲੋ ਦੇ ਕਰੀਬ ਪ੍ਰਤੀ ਏਕੜ ਰੱਖੀਏ ਤਾਂ ਵਧੀਆ ਹੈ ਜੀ, 40 ਪਾਉਣ ਦੀ ਆਪਾਂ ਨੂੰ ਜ਼ਰੂਰਤ ਨਹੀਂ। ਤੇ ਇਹ ਜਿਹੜਾ ਸ਼ੰਕਾ ਹੈ ਜੀ ਕਿ ਡੁਪਲੀਕੇਟ ਸੀਡ ਹੈ ਜਾਂ ਸੀਡ ਕਿੱਥੋਂ ਆ ਗਿਆ, ਇਹ ਵਾਲਾ ਸ਼ੰਕਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਲੀਅਰ ਕਰਨਾ ਚਾਹੁੰਦੇ ਹਾਂ। ਲੱਕੀ ਭਾਜੀ 2 ਮਿੰਟ ਆਓ। ਕੋਈ ਗੱਲ ਨਹੀਂ, ਕੋਈ ਗੱਲ ਆ ਜਾਓ। ਹਾਂ, ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵਾਂ ਨੂੰ। ਇੱਥੇ ਅੰਤ ਮੈਂ ਜੀਆ ਕਹਿੰਦਾ ਜੀ, ਮਤਲਬ ਜਿਹੜੇ ਸੀਡ ਦੀ ਗੱਲ ਹੈ ਜੀ, ਆਪਾਂ ਪਿਛਲੇ ਸਾਲ 2 ਕਿਲੋ ਸੀਡ ਪਾਇਆ ਸੀ। 2 ਕਿਲੋ ਸੀਡ ਨਾਲ 14-15 ਕਿਲੋ ਆਪਾਂ ਜਿਹੜੀ ਕੁਇੰਟਲ ਕਣਕ ਕੱਢ ਲੈਂਦੇ ਹਾਂ। ਹੁਣ ਅਗਲੀ ਜਿਹੜੀ ਨਵੀਆਂ ਵੈਰਾਈਟੀਆਂ ਆਉਣੀਆਂ, DBW 327, DBW 332 ਜਾਂ PBW 826, ਉਹਦਾ ਵੀ ਚਲੋ ਸੀਡ ਰੇਟ ਜੇ ਤਾਂ ਮਤਲਬ ਜਿਹੜੀ ਨਵੀਂ ਵੈਰਾਈਟੀ ਹੈ ਨਾ, ਹੁਣ ਵੇਖੋ ਜੇ 40 ਕਿਲੋ ਸੀਡ ਹੁੰਦਾ, ਜੇ 40 ਕਿਲੋ ਆਪਾਂ 1 ਕਿੱਲਾ ਬੀਜ ਲਈਏ, ਉਹਦੀ ਕਣਕ ਨਿਕਲ ਗਈ 25 ਕੁਇੰਟਲ ਜਾਂ 30 ਕੁਇੰਟਲ, ਉਹਦੇ ਹੋ ਗਈ ਅਸਲੀ। ਤੇ ਜੇ ਆਪਾਂ 2 ਕਿਲੋ ਨਾਲ 15 ਕੁਇੰਟਲ ਮਤਲਬ ਕਰ ਲਈਏ, ਉਹ ਡੁਪਲੀਕੇਟ ਥੋੜ੍ਹਾ ਹੋ ਜਾਏਗੀ, ਉਹ ਤਾਂ ਸਹੀ ਹੋਏਗਾ ਨਹੀਂ ਜੀ। ਹੁਣ ਪੈਡੀ ਆ, ਤੁਸੀਂ ਪੈਡੀ ਮੈਨੂੰ 1 ਕਿਲੋ ਦੇ ਦਿਓ, ਮੈਂ 1 ਕਿਲੋ ਨਾਲ ਤੁਹਾਨੂੰ 1000 ਕੁਇੰਟਲ ਤਿਆਰ ਕਰ ਦਿੰਦਾ। 1 ਕਿਲੋ ਨਾਲ 1 ਕਿੱਲਾ ਆਪਾਂ ਪੈਡੀ ਦਾ ਲਾ ਦਿੰਦੇ ਹਾਂ, ਉਹਦੀ 20 ਕੁਇੰਟਲ ਮੰਨ ਲਓ ਯੀਲਡ ਆ ਗਈ। 20 ਕੁਇੰਟਲ ਆਪਾਂ ਇੱਥੋਂ ਵੱਢਿਆ 11ਵੇਂ ਮਹੀਨੇ, ਇੱਥੋਂ ਆਪਾਂ ਸੀਡ 11ਵੇਂ ਮਹੀਨੇ ਚੁੱਕ ਕੇ ਲੈ ਗਏ ਸਾਊਥ 'ਚ ਜੀ, ਉੱਥੇ ਹੈਦਰਾਬਾਦ। ਤੁਸੀਂ ਵੇਖੋ 20 ਕੁਇੰਟਲ ਨਾਲ ਕਿੰਨੇ ਏਕੜ ਲੱਗ ਸਕਦੇ ਆ। ਉਹ ਜੇ ਸੀਡ ਇੱਧਰ ਆ ਜਾਂਦਾ, ਜ਼ਿਮੀਦਾਰ ਭਰਾ ਬਾਅਦ 'ਚ ਕਹਿੰਦੇ ਆ ਜੀ ਇਹਦੇ 'ਚ ਇੰਨਾ ਸੀਡ ਆ ਕਿੱਥੋਂ ਗਿਆ, ਇਹ ਸੀਡ ਹੋ ਹੀ ਨਹੀਂ ਸਕਦਾ। ਪਰ ਜ਼ਿਮੀਦਾਰ ਇਹ ਤਾਂ ਦੇਖੇ ਵੀ ਅਗਲਾ, ਮੈਂ ਹੁਣ ਮੇਰੇ 2 ਜਿਹੜੇ ਮੇਰੇ ਇੰਪਲਾਈ ਜੋ ਹੋਇਆ ਥਲੇ ਗਏ ਦੇ ਆ ਫਤਿਆਬਾਦ ਹਰਿਆਣੇ 'ਚ, ਉੱਥੇ ਬਾਸਮਤੀ ਕਟਾਣ ਡਿਆ ਜਾ ਕੇ, ਕਿਉਂਕਿ ਬਾਸਮਤੀ ਦੀ ਵੈਰਾਈਟੀ ਉੱਧਰ ਵਧੀਆ ਹੁੰਦੀ ਹੈ ਜ਼ਿਆਦਾ, ਇੱਥੇ ਸਾਡੇ ਬਾਸਮਤੀ ਦੀ ਵੈਰਾਈਟੀ ਨਹੀਂ ਵਧੀਆ ਹੁੰਦੀ। ਹੁਣ ਜ਼ਿਮੀਦਾਰ ਦੇ ਮਨ 'ਚ ਇੱਕ ਦੁਕਾਨਦਾਰ ਭੁਲੇਖਾ ਪਾ ਦਿੰਦਾ ਜਾਂ ਦੂਜਾ ਪਾ ਦਿੰਦਾ ਭੁਲੇਖਾ ਵੀ ਇਹਨਾਂ ਸੀਡ ਕਿੱਥੋਂ ਆ ਗਿਆ ਜੀ, ਇਹਨਾਂ ਸੀਡ ਕਿੱਥੋਂ ਆ ਗਿਆ ਜੀ। ਇਹ ਮੇਰੇ ਹੈਗੇ ਨੇ ਜੀ, ਮਤਲਬ ਸਮਝ ਲਓ ਵੀ ਬਹੁਤ ਵਧੀਆ ਗਰੋਵਰ ਵੀ ਨੇ ਤੇ ਮੇਰੇ ਭਰਾ ਵੀ ਨੇ। ਇਹਨਾਂ 4 ਕਿਲੋ ਪਿਛਲੀ ਵਾਰੀ ਭੇਜਿਆ ਸੀ, ਇੱਕ ਸੀਡ ਇੱਕ ਵੈਰਾਈਟੀ ਸੀ, 4 ਕਿਲੋ ਨਾਲ ਆਪਾਂ 15.5 ਕੁਇੰਟਲ ਵੱਢੀ ਸੀ। ਹੁਣ ਐਤਕੀ 2 ਵੈਰਾਈਟੀਆਂ, ਇਹਨਾਂ ਇੱਕ ਤੇ ਬੀਜੀ ਆ 13 ਕਿੱਲੇ 4 ਕਿਲੋ ਦੇ ਹਿਸਾਬ ਨਾਲ,
ਇੱਕ ਬੀਜੀ ਆ 11 ਕਿੱਲੇ 7 ਕਿਲੋ ਦੇ ਹਿਸਾਬ ਨਾਲ। ਹੁਣ ਇੱਕ ਵੈਰਾਈਟੀ ਆਪਾਂ ਮਤਲਬ ਇੱਕ ਵੈਰਾਈਟੀ ਆਪਾਂ ਬੀਜੀ ਆ 2 ਕਿਲੋ ਦੇ ਹਿਸਾਬ ਨਾਲ, ਉਹ 45 ਕਿੱਲੇ ਬੀਜੀ ਆ। ਹੁਣ ਉਹ ਜ਼ਿਮੀਦਾਰ ਕਹਿ ਸਕਦਾ, ਜ਼ਿਮੀਦਾਰ ਕਈ ਵਾਰੀ ਸੋਚਦਾ ਵੀ ਯਾਰ ਇਹਨਾਂ ਬੀਜ ਕਿੱਥੋਂ ਆ ਗਿਆ, ਇਹਨਾਂ ਕਿੱਥੋਂ, ਇਹ ਕਿੱਥੋਂ ਹੋ ਗਿਆ। ਇਹ 2 ਕਿਲੋ ਨਾਲ ਕਿੱਲਾ ਬੀਜਿਆ ਬੈੱਡ ਤੇ, 2 ਕਿਲੋ ਸੀਡ ਦਾ, 2 ਕਿਲੋ ਸੀਡ ਦਾ। ਤੁਸੀਂ ਮੈਨੂੰ 1 ਕਿਲੋ ਪੈਡੀ ਦਾ ਸੀਡ ਦੇ ਦਿਓ, 1 ਕਿਲੋ ਨਾਲ ਮੈਂ ਤੁਹਾਨੂੰ 20 ਕੁਇੰਟਲ ਤਿਆਰ ਕਰ ਦਿੰਦਾ। ਆਪਾਂ ਤੇ ਮਿਹਨਤ ਕਰਦੇ ਹਾਂ ਜੀ, ਪਰ ਹੁਣ ਕਈ ਲੋਕੀ ਕਰਦੇ ਜੀ ਇਹ ਉਹ ਕਰਦੇ ਜੇ ਕਰਦੇ, ਬਾਕੀ ਜ਼ਿਮੀਦਾਰ ਨੇ ਜੀ ਇਹਨਾਂ ਨੂੰ ਪੁੱਛੋ ਆਪਾਂ ਕਿਸ ਤਰ੍ਹਾਂ ਇੱਥੇ ਕੰਮ ਕਰਦੇ ਹਾਂ। ਜਿਹੜੇ ਸਾਡੇ ਇਲਾਕੇ 'ਚ ਆ ਕੇ ਜ਼ਿਮੀਦਾਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਸ ਤਰ੍ਹਾਂ ਦਾ ਆਪਾਂ ਕੰਮ ਕਰਦੇ ਹਾਂ। ਬਾਕੀ ਜੇ 40 ਕਿਲੋ ਸੀਡ ਨਾਲ, ਕਿਉਂਕਿ ਵੇਖੋ ਆਪਾਂ ਜਿਹੜੀ ਯੂਨੀਵਰਸਿਟੀ ਦਾ ਉਹ 40 ਕਿਲੋ ਕਹਿੰਦੇ ਆ, 40 ਕਿਲੋ ਨਾਲ ਜੇ 25 ਕੁਇੰਟਲ ਵੱਢ ਲਿਆ ਉਹ ਅਸਲੀ, ਤੇ ਜੇ ਆਪਾਂ 2 ਕਿਲੋ ਨਾਲ 15 ਕੁਇੰਟਲ ਵੱਢ ਲਿਆ ਤਾਂ ਡੁਪਲੀਕੇਟ ਥੋੜ੍ਹਾ ਜਾਏਗਾ। ਆਪਾਂ ਨੂੰ ਤਾਂ ਮਤਲਬ ਹੈ ਵੀ ਆਪਾਂ ਵੱਧ ਤੋਂ ਵੱਧ ਸੀਡ ਤਿਆਰ ਕਰੀਏ, ਜ਼ਿਮੀਦਾਰ ਨੂੰ ਵੱਧ ਤੋਂ ਵੱਧ ਸੀਡ ਮਿਲੇ। ਹੋਰ ਜੇ ਕਿਸੇ ਜ਼ਿਮੀਦਾਰ ਭਰਾ ਨੇ ਕੋਈ ਗੱਲ ਪੁੱਛਣੀ ਤਾਂ ਪੁੱਛ ਸਕਦਾ। ਦੇਖੋ ਜੀ, ਸੀਡ ਗਰੋਵਰ ਕਹਿ ਸਕਦੇ ਆ, ਸੀਡ ਬਰੀਡਰ ਜਿਹੜੇ ਆਪਾਂ ਕਹਿ ਸਕਦੇ ਆ, ਇਹਨਾਂ ਕੋਲ ਸੀਡ ਪਹਿਲਾਂ ਕਿੱਥੋਂ ਆਉਂਦਾ, ਇਹਦਾ ਮੁੱਖ ਭਾਜੀ ਹੁਣਾਂ ਤੁਹਾਨੂੰ ਸਾਰਾ ਸਮਝਾਤਾ ਜੀ ਸਿਸਟਮ। ਦੇਖੋ ਜੀ, ਜੇ 1-2 ਕਿਲੋ ਦੇ ਨਾਲ ਆਪਾਂ ਇੱਥੇ ਲਾ ਕੇ ਨਾਰਮਲ 10 ਕੁਇੰਟਲ ਵੀ ਕੱਢ ਲਿਆ ਤਾਂ ਉਹ ਜਿਹੜਾ ਹੈ ਜੀ ਹੋਰ ਕਿਸੇ ਏਰੀਆ ਜਿੱਥੇ ਹਲੇ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ, ਕਿਉਂਕਿ ਸਾਰੇ ਏਰੀਆ 'ਚ ਲੱਗ ਰਹੀ ਹੈ। ਹਾਂ, ਹੁਣ ਕਈਆਂ ਜਗ੍ਹਾ ਤੇ ਹਲੇ ਝੋਨਾ ਕਿਹੜਾ ਉਹਦੀ ਬਿਜਾਈ ਸ਼ੁਰੂ ਹੋਣੀ ਹੈ ਜੀ, ਤੇ ਆਪਣੇ 'ਚ ਕੱਟੇ ਗਏ। ਹੁਣ ਇੱਥੇ ਜਿਹੜੀਆਂ ਆਪਣੀਆਂ ਵੈਰਾਈਟੀਆਂ ਜਿਵੇਂ 1692 ਨਵੀਂ ਵੈਰਾਈਟੀ ਆਈ ਹੈ ਜੀ ਝੋਨੇ ਦੀ, ਜਾਂ 1-2 ਹੋਰ ਭਾਜੀ ਹੁਣਾਂ ਦੀਆਂ ਵੈਰਾਈਟੀਆਂ ਮੈਂ ਸਪੈਸ਼ਲ ਵੇਖ ਕੇ ਗਿਆ ਜੀ। ਭਾਜੀ PD 18 ਸੀ ਉਹ, PD 18 ਵੈਰਾਈਟੀ ਦੀ ਮੈਂ ਖੁਦ ਵੇਖ ਕੇ ਆਇਆ ਜੀ। 35 ਕੁਇੰਟਲ ਪਲੱਸ ਪਰਮਲ ਦਾ ਉਹਦਾ ਝਾੜ ਨਿਕਲਿਆ। ਜਦੋਂ ਕਟਾਈ ਹੋਈ ਸੀ ਮੈਂ ਉਦੋਂ ਵੀ ਇਸ ਮੌਕੇ ਤੇ ਉੱਥੇ ਹਾਜ਼ਰ ਸੀ। ਤੇ ਉਹ ਜਿਹੜੀਆਂ ਵੈਰਾਈਟੀਆਂ ਜੇ ਮੰਨ ਲਓ ਹੁਣ ਇਹਨਾਂ ਕੋਲ 50 ਕੁਇੰਟਲ ਆ ਗਿਆ, ਤਾਂ ਆਪਾਂ ਜਿਹੜੀਆਂ ਬਾਹਰਲੀਆਂ ਸਟੇਟਾਂ ਜਿੱਥੇ ਹਲੇ ਝੋਨੇ ਦੀ ਬਿਜਾਈ ਹੋਣੀ ਹੈ ਉੱਥੇ ਉਹ ਵੈਰਾਈਟੀ ਬਜਾ ਕੇ ਉਹਦਾ ਆਪਾਂ 1000 ਕੁਇੰਟਲ ਵੀ ਸੀਡ ਤਿਆਰ ਕਰ ਸਕਦੇ ਹਾਂ। ਇਸ ਤਰੀਕੇ ਦੇ ਨਾਲ ਜਿਹੜਾ ਸੀਡ ਉਹ ਤਿਆਰ ਕੀਤਾ ਜਾਂਦਾ ਹੈ। ਛਲਾਂਗ ਹੈ ਜੀ ਹਿਮਾਚਲ 'ਚ, ਉੱਥੇ ਲੱਗਦੀ ਕਣਕ ਹੈ। ਹਾਂਜੀ, ਉੱਥੇ DWR ਵਾਲੀ ਉੱਥੇ ਬਿਜਾਈ ਕਰਾਉਂਦੇ ਆ। ਹਾਂਜੀ, ਹੈਦਰਾਬਾਦ ਲੱਗਦੀ ਪੈਂਦੀ ਹੈ। 1692 ਭਾਜੀ 15-9 ਤੋਂ 4 ਕੁਇੰਟਲ ਟੱਪੂਗੀ ਜੀ। ਹਾਂ, ਹਾਂਜੀ, 4 ਤੋਂ 5 ਕੁਇੰਟਲ ਜਿਹੜੀ ਉਹ ਪਲੱਸ ਜਾ ਸਕਦੀ ਹੈ ਜ਼ਮੀਨ ਦੇ ਅਕੋਰਡਿੰਗ। ਹਾਂ, ਹਾਈਟ ਡਿੱਗਣ ਦੀ ਸਮੱਸਿਆ ਜਿਹੜੀ ਉਹਨੂੰ ਆਪਾਂ ਕੰਟਰੋਲ ਕਰਨਾ ਪੈਣਾ ਜੀ, ਗਰੋਥ ਰੈਗੂਲੇਟਰ ਵਰਤ ਕੇ। ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਇੱਥੇ ਵੀ ਗਰੋਥ ਰੈਗੂਲੇਟਰ ਆਪਾਂ ਨੂੰ ਵਰਤਣੇ ਪੈਣੇ ਆ ਜੀ। 1692 ਨਾ ਇੱਕਦਮ ਜਦੋਂ ਪੱਕ ਜਾਂਦੀ ਹੈ ਨਾ ਜੀ, ਮੈਂ ਤੁਹਾਨੂੰ ਦੱਸਣਾ ਜੀ। ਵੇਖੋ ਜੀ, ਜਿਹੜੀ DBW 187 ਹੈ, ਉਹਦਾ ਪੱਤੇ ਦਾ ਵਜਨ ਇੰਨਾ ਗਿਆ ਵੀ ਜਿਹੜਾ ਪੱਤੇ ਦਾ ਜਿਹੜਾ ਇੰਨਾ ਕੁ ਵਜਨ ਹੈ, ਉਹਦਾ ਜਿਹੜਾ ਥੱਲਾ ਤਣਾ ਨਾ ਉਹ ਉਹਦਾ ਵਜਨ ਨਹੀਂ ਹਿਸਾਬ ਪੈਂਦਾ, ਉਹ ਡਿੱਗ ਪੈਂਦਾ। ਜਿਹੜੀ 1692 ਆ, ਇਹਦੇ ਉੱਪਰ ਦਾਣੇ ਹੀ ਇੰਨੇ ਗਿਆ ਵੀ ਉਹਦਾ ਉੱਤੇ ਜਿਹੜਾ ਵਜਨ ਹੈ ਨਾ ਉਹ ਥੱਲੇ ਦੀ ਨਾੜੀ ਸਹਾਰ ਨਹੀਂ ਪੈਂਦੀ, ਉਹ ਮੁੱਦੀ ਹੋ ਜਾਂਦੀ ਹੈ। ਮੰਨ ਲਓ ਮੈਂ ਹੀ ਆ ਜੀ, ਮੈਨੂੰ ਚਾਹੀਦਾ ਵਜਨ ਸਾਰਾ 75 ਕਿਲੋ, ਮੇਰਾ ਵਜਨ ਹੈ 115 ਕਿਲੋ, 40 ਕਿਲੋ ਮੈਂ ਵੱਧ ਚੁੱਕਿਆ ਤਾਂ ਮੈਂ ਡਿੱਗਣਾ ਹੀ ਹੈ। ਹੁਣ ਜਦੋਂ ਦਾਣਿਆਂ ਦੇ ਉੱਤੇ ਵਜਨ ਹੀ ਬਹੁਤ ਜ਼ਿਆਦਾ ਹੋ ਗਿਆ ਤਾਂ ਫਸਲ ਡਿੱਗੇਗੀ। 187 ਆ, ਉਹਦੇ ਪੱਤੇ ਹੀ ਇੰਨੇ ਚੌੜੇ ਆ, ਉਹਦੇ ਪੱਤੇ ਹੀ ਜਿਹੜੇ ਨਾ ਪੱਤਿਆਂ ਦਾ ਵਜਨ ਇੰਨਾ ਗਿਆ ਉਹ ਥੱਲੇ ਸਹਾਰ ਨਹੀਂ ਪੈਂਦੀ, ਮਾੜੀ ਜਿਹਾ ਵਗਦੀ ਹੈ ਤੇ ਉਹ ਝੱਟ ਜਾਂਦੀ ਹੈ। ਇੱਕ ਜਿਹੜਾ ਜੀ 187 ਆ, ਉਹਦਾ ਸੀਡ ਰੇਟ ਚਾਹੀਦਾ 35 ਕਿਲੋ, ਕਿਉਂਕਿ ਜੀ ਵੇਖੋ ਸਾਡੀ ਮਜਬੂਰੀ ਜੇ ਆਪਾਂ 40 ਕਿਲੋ ਦਾ ਬੈਗ ਦੇਣਾ ਹੁੰਦਾ। ਹੁਣ ਆਪਾਂ ਜਿੰਨੀ ਪਜਾਉਂਦੇ ਆ ਨਾ ਇੱਥੇ ਕਣਕ, ਉਹ ਵੈਰਾਈਟੀ ਦੇ ਹਿਸਾਬ ਨਾਲ ਪਜਾਉਂਦੇ ਆ। 1105 40 ਕਿਲੋ ਚਾਹੀਦੀ ਹੈ, 303 40 ਕਿਲੋ ਚਾਹੀਦੀ ਹੈ, 3086 30 ਕਿਲੋ ਬਹੁਤ ਹੈ, 2967 35 ਕਿਲੋ ਬਹੁਤ ਹੈ, 187 35 ਕਿਲੋ ਹੈ, PBW 766 ਉਹਦਾ ਨਾਮ ਆ, ਸੁਨਹਿਰੀ ਵਹਿ ਪੰਜਾਬ ਦਿੱਤਾ ਉਹਨਾਂ ਨੇ, ਇਹ 30 ਕਿਲੋ ਚਾਹੀਦੇ ਜੀ। ਹੁਣ ਜਦੋਂ ਆਪਾਂ ਸੀਡ ਜ਼ਿਆਦਾ ਪਾ ਦਿੰਦੇ ਆ, ਦੇਖੋ ਸੀਡ ਜ਼ਿਆਦਾ ਪਾ ਦਿੰਦੇ ਆਪਾਂ, ਸੀਡ ਮੁੜ ਕੇ ਨਾ ਨੂੰ ਹਵਾ ਮਿਲਦੀ ਹੈ ਨਾ ਧੁੱਪ ਮਿਲਦੀ ਹੈ, ਫਿਰ ਕਣਕ ਡਿੱਗ ਪੈਂਦੀ। ਕਿਉਂਕਿ ਨਾ ਦੁਕਾਨਦਾਰ ਕੋਲ ਇੰਨਾ ਟਾਈਮ ਹੁੰਦਾ ਸਮਝਾਉਣ ਦਾ, ਕਿਉਂਕਿ ਬੰਦਾ ਜਾਂਦਾ, ਉਹ ਦੁਕਾਨਦਾਰ ਕਹਿੰਦਾ ਵੀ ਮੇਰਾ ਛੋਟਾ ਭਾਈ ਹੈ ਜੀ, ਮੇਰੇ ਹੱਡੀ ਦੁਕਾਨ ਹੈ, ਜਦੋਂ ਮੈਂ ਦੁਕਾਨ ਤੇ ਬਹਿਣਾ ਉਹ ਮੈਨੂੰ ਦੁਕਾਨ ਤੇ ਬਹਿਣ ਨਹੀਂ ਦਿੰਦਾ। ਮੈਂ ਜ਼ਿਮੀਦਾਰ ਨੂੰ ਸਮਝਾਉਣ ਪੈਂਦਾ, ਜ਼ਿਮੀਦਾਰ ਚੁੱਪ ਕਰਕੇ ਮੇਰੀ ਗੱਲ ਸਮਝਦਾ ਨਹੀਂ, ਉਹ ਦੂਜੀ ਦੁਕਾਨ ਤੇ ਚਲ ਜਾਂਦਾ। ਉਹ ਕਹਿੰਦਾ ਯਾਰ ਤੂੰ ਮੇਰੇ ਗਾਹਕ ਵੀ ਖਰਾਬ ਕਰੀ ਜਾਂਦਾ। ਇਦਾਂ ਹੀ ਹੁੰਦਾ। ਕਿੰਨੀ ਵਾਰ ਤੇ ਲਾਉਣਾ ਦਾਣਾ ਤੇ ਲੈਣ ਨਹੀਂ ਜੀ, ਤੇ ਡਰਿੱਲ ਮਸ਼ੀਨਾਂ ਆਉਂਦੀਆਂ, ਤੁਸੀਂ ਭਾਵੇਂ 1 ਕਿਲੋ ਮਸ਼ੀਨ ਨਾਲ ਘੇਰ ਲਓ, 2 ਕਿਲੋ ਘੇਰ ਲਓ। ਉਹਦੇ ਨਾਲ ਨਹੀਂ ਕੋਈ ਫਰਕ ਪੈਂਦਾ। ਜਿਤਨਾ ਸਰਪੰਚ ਭਲਾ ਆਪਾਂ ਕਿੰਨਾ ਪਾਇਆ? 4 ਕਿਲੋ। 4 ਕਿਲੋ ਤੋਂ ਨਾਲ ਕੀ ਬੰਦੇ ਦਾਇਆ ਕਰਨ ਡਰਿੱਲ ਉਸ ਹਿਸਾਬ ਨਾਲ ਬੰਨ ਲੈਂਦੇ ਉਹ ਡਰਿੱਲ ਉਸ ਹਿਸਾਬ ਨਾਲ ਵੱਜ ਜਾਂਦੀ ਹੈ। ਜਿਹੜੀ ਬੈੱਡ ਦੇ ਬੀਜਣੇ ਆ ਉਹ ਵੱਖਰੀ ਮਸ਼ੀਨ ਆਉਂਦੀ, ਉਹ ਬੈੱਡਾਂ ਤੇ ਬਣਦੀ ਹੈ। ਉਹ 2 ਕਿਲੋ, ਉਹ ਭਾਵੇਂ ਕਿਲੋ ਘੇਰ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਹੁਣ ਭਾਜੀ ਇੱਕ ਜਿਹੜੇ ਥੋੜਾ ਜਿਹਾ ਤਜਰਬਾ ਕਰ ਸਕਦੇ ਆ, ਇਹ ਉਹਨਾਂ ਦੀ ਗੱਲ ਹੈ ਕਿ ਤੁਸੀਂ ਖਡੂਰ ਸਾਹਿਬ ਵਾਲੇ ਬਾਬਿਆਂ ਦਾ ਨਾਮ
ਬਹੁਤ ਸਾਰਿਆਂ ਨੇ ਸੁਣਿਆ ਹੋਊਗਾ ਜੀ। ਉੱਥੇ 4 ਕਿਲੋ ਬੀਜ ਨਾਲ ਕਿੱਲਾ ਬੀਜਦੇ ਆ ਜੀ। ਉਹ ਮੈਨੂਅਲੀ ਹੱਥ ਦੇ ਨਾਲ, ਜਿਹੜਾ ਆਲੂ ਵਾਲੀ ਜਾਂ ਮਟਰਾਂ ਦੀ ਮਸ਼ੀਨ ਦੇ ਨਾਲ ਖੇੜਾ ਬਣਾ ਕੇ ਤੇ ਹੱਥ ਦੇ ਨਾਲ ਉੱਪਰ ਉਹ ਦਾਣੇ ਲਾ ਦਿੰਦੇ ਆ ਜੀ। 10 ਕਿਲੋ ਸੀਡ ਆ, ਜਿਹੜਾ ਬੰਦਾ ਟ੍ਰਾਇਲ ਲਾ ਸਕਦਾ ਜੀ 10 ਕਿਲੋ ਦਾ ਕਿੱਲਾ ਲਾ ਕੇ ਦੇਖ ਲੇ। ਜਿਹੜਾ ਨਹੀਂ ਲਾ ਸਕਦਾ ਉਹ ਅੱਧਾ ਕਿੱਲਾ ਲਾ ਲੇ। ਜੇ 10 ਕਿਲੋ ਨਾਲ 2 ਕਰਾਣਾ ਥੋੜੀ ਜਿਹੀ ਵਿਰਲੀ, ਜੇ ਕੋਈ ਆਲੂ ਵਾਲੀ ਜਾਂ ਮਟਰਾਂ ਦੀ ਮਸ਼ੀਨ ਦੇ ਨਾਲ ਲਾ ਸਕਦਾ ਤਾਂ ਸਭ ਤੋਂ ਬੈਸਟ। ਖੇੜਾ ਕੱਢ ਕੇ ਹੱਥ ਨਾਲ ਲਵਾ ਦਿਓ, ਮੇਰੇ ਅੰਦਾਜ਼ੇ ਦੇ ਨਾਲ ਤਿੰਨ ਲੇਬਰ ਵਾਲੀਆਂ ਬੀਬੀਆਂ ਹੁਣ ਤਾਂ ਲਾ ਦੇਣਗੀਆਂ, ਕੋਈ ਚੱਕਰ ਨਹੀਂ। ਕਿਉਂਕਿ ਅਸੀਂ ਸਬਜ਼ੀ ਉਗਾਉਂਦੇ ਆ, ਸਾਨੂੰ ਪਤਾ ਹੈ ਕਿ ਕਿੰਨਾ ਕੁ ਕੰਮ ਜਿਹੜਾ ਕਿੰਨਾ ਟਾਈਮ 'ਚ ਹੋ ਜਾਂਦਾ। ਹਾਂ, ਤੇ ਜੇ ਸੀਡ ਟੂ ਸੀਡ ਆਪਾਂ ਡਿਸਟੈਂਸ ਦੀ ਗੱਲ ਕਰੀਏ ਤਾਂ 5 ਇੰਚ ਤੇ ਜੇ ਆਪਾਂ ਸੀਡ ਲਾ ਲਈਏ ਨਾ ਆਲੂ ਵਾਲੀ ਮਟਰਾਂ ਦੀ ਮਸ਼ੀਨ ਦੇ ਨਾਲ, ਜੇ ਖੇੜਾ ਬਣਾ ਕੇ 5-5 ਇੰਚ ਦੇ ਤੁਸੀਂ ਦਾਣਾ ਲਾ ਦਿਓ। ਕਿਉਂਕਿ 5-5 ਇੰਚ ਦੇ ਜਿਹੜਾ ਦਾਣਾ ਲੱਗਾ ਸੀ ਪਿਛਲੀ ਵਾਰ ਉਹਨੇ ਸਾਰੇ ਖੇਤ ਭਰ ਲਏ ਸੀ। ਇਹ ਉਪਰਾਲਾ ਅਸੀਂ ਤਾਂ ਕੀਤਾ ਕਿ ਅਸੀਂ ਤੁਹਾਡਾ ਸਾਰਿਆਂ ਦਾ ਫੀਡਬੈਕ ਲੈ ਸਕੀਏ। ਸਾਡਾ ਇੱਥੇ ਨਾਂ ਜਾਂ ਐਡਰੈਸ ਜਿਹੜੇ ਉਹ ਕਲੈਕਟ ਕਰਨ ਦਾ ਹੋਰ ਕੋਈ ਮੰਤਵ ਨਹੀਂ ਹੈ। ਅਸੀਂ ਇਹ ਹੈ ਵੀ ਅਸੀਂ ਤੁਹਾਡਾ ਫੀਡਬੈਕ ਲੈਣਾ ਕਿ ਤੁਹਾਡੇ ਕੋਲ ਇਹਨੇ ਕੀ ਪਰਫਾਰਮੈਂਸ ਦਿੱਤੀ, ਕਿਹੜੇ ਤਰੀਕੇ ਨਾਲ ਤੁਸੀਂ ਬੀਜੀ ਸੀ। ਠੀਕ ਹੈ ਜੀ। ਹੁਣ 2 ਗੱਲਾਂ ਜਿਹੜੀਆਂ ਮੈਂ ਇਸ ਵਿਸ਼ੇ ਤੋਂ ਵੱਖਰੀਆਂ ਕਰਨੀਆਂ ਚਾਹੁੰਦਾ, ਪਰ ਉਹ ਖੇਤੀ ਲਈ ਜ਼ਰੂਰੀ ਨੇ। ਖੇਤੀ ਲਈ ਜ਼ਰੂਰੀ ਗੱਲਾਂ ਉਹ ਹੈ ਕਿ ਸਾਡੇ ਕੋਲ ਜਿੰਨੇ ਵੀ ਆਪਾਂ ਇੱਥੇ ਫਾਰਮਰ ਬੈਠੇ ਆ ਜੀ, 90 ਤੋਂ 95% ਜਿਹੜੇ ਫਾਰਮਰ ਹੈ ਉਹ ਭੋਜਨ ਜਿਹਨੂੰ ਆਪਾਂ ਬੂਟੇ ਦਾ ਭੋਜਨ ਕਹਿ ਸਕਦੇ ਉਹ ਸਹੀ ਨਹੀਂ ਦਿੰਦੇ। ਖੇਤ ਦੇ ਵਿੱਚ ਬੂਟੇ ਦਾ ਭੋਜਨ ਉਹ ਸਹੀ ਨਹੀਂ ਦਿੰਦੇ, ਕਿਉਂਕਿ ਖੇਤੀ 'ਚ ਲਗਭਗ 16-17 ਤੱਤ ਹੈ ਜਿਹੜੇ ਉਹ ਚਾਹੀਦੇ ਹੁੰਦੇ ਨੇ। ਜੇ ਆਪਾਂ ਭੋਜਨ ਦੇ ਰੂਪ 'ਚ ਗੱਲ ਕਰੀਏ ਕਿ ਆਪਾਂ ਕੋਈ ਦਾਲ ਜਾਂ ਸਬਜ਼ੀ ਕੋਈ ਵੀ ਚੀਜ਼ ਆਪਾਂ ਖਾਣੀ ਹੈ ਤਾਂ ਉਹ 'ਚ ਕਈ ਚੀਜ਼ਾਂ ਦਾ ਤਾਲਮੇਲ ਜ਼ਰੂਰੀ ਹੈ ਜੀ, ਜਿਹਦੇ 'ਚ ਲੂਣ, ਮਿਰਚ, ਮਸਾਲਾ, ਹਲਦੀ। ਜੇ ਇੱਕ ਵੀ ਚੀਜ਼ ਵੱਧ ਜਾਂਦੀ ਹੈ ਜਾਂ ਘਟ ਜਾਂਦੀ ਹੈ, ਆਪਾਂ ਮਜਬੂਰੀ ਦੇ ਵਿੱਚ ਉਹਨੂੰ ਖਾਵਾਂਗੇ ਤਾਂ ਸਹੀ, ਪਰ ਆਪਾਂ ਉਹਨੂੰ ਰੱਜ ਕੇ ਨਹੀਂ ਖਾ ਸਕਦੇ। ਇਸੇ ਤਰੀਕੇ ਦੇ ਨਾਲ ਬੂਟੇ ਦੀ ਗੱਲ ਹੈ ਜੀ। ਹੁਣ ਹਰ ਇੱਕ ਜਿਹੜੀ ਫਸਲ ਹੈ ਜੀ ਉਹਦੇ ਅਕੋਰਡਿੰਗ ਆਪਾਂ ਨੂੰ ਖਾਦ ਐਡਜਸਟ ਕਰਨੀ ਪੈਂਦੀ ਹੈ, ਜਿਹੜੀ ਆਪਾਂ ਕਰਦੇ ਨਹੀਂ। ਨੋਰਮਲ ਜਿਹੜਾ ਮੈਂ 95% ਫਾਰਮਰਾਂ ਨੂੰ ਮਿਲਿਆ ਜੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਖੇਤ ਦੇ ਵਿੱਚ ਜ਼ਰੂਰੀ ਤੱਤ ਕਿੰਨੇ ਨੇ, ਕਿਸੇ ਨੂੰ ਨਹੀਂ ਪਤਾ ਜੀ। ਲੋਕ ਯੂਰੀਆ ਪਤਾ ਹੈ ਜਾਂ ਡਾਇਆ ਪਤਾ ਜਾਂ ਝੋਨੇ 'ਚ ਪਤਾ ਵੀ ਅਸੀਂ ਜ਼ਿੰਕ ਪਾਉਣੀ ਹੈ, ਪਰ ਜੇ ਤੁਸੀਂ ਇਹੀ ਜਿਹੜੀ ਹੈ ਇਹ ਨਾਲ ਪੋਟਾਸ਼ੀਅਮ ਪਾਓ ਜੀ। ਪੋਟਾਸ਼ ਹੈ ਜਿਹੜੀ ਗ੍ਰੇਨ ਵੇਟ, ਦਾਣੇ ਦਾ ਵਜਨ ਹੈ ਜਿਹੜਾ, ਉਹ ਪੋਟਾਸ਼ ਨੇ ਬਣਾਉਣਾ ਹੁੰਦਾ। ਜੇ ਪੋਟਾਸ਼ ਤੁਹਾਡੀਆਂ ਜ਼ਮੀਨਾਂ 'ਚ ਘੱਟ ਹੈ ਤਾਂ ਅਖੀਰ ਤੇ ਆ ਕੇ ਫਸਲ ਜਿਹੜੀ ਉਹ ਇਕੱਠੀ ਜੀ ਹੋ ਜਾਂਦੀ ਹੈ ਜਾਂ ਝਾੜ ਟੁੱਟ ਜਾਂਦਾ। ਪਹਿਲਾਂ ਫਸਲ ਬਹੁਤ ਵਧੀਆ ਰਹਿੰਦੀ, ਜਿੱਥੇ ਫਸਲ ਪਹਿਲਾਂ ਵਧੀਆ ਰਹਿੰਦੀ ਹੈ ਅਖੀਰ ਤੇ ਆਣ ਕੇ ਖਰਾਬ ਹੁੰਦੀ ਹੈ, ਉਹ ਸਮਝ ਲਓ ਵੀ ਪੋਟਾਸ਼ ਦੀ ਘਾਟ ਹੈ। ਪੋਟਾਸ਼ ਜੇ ਤੁਹਾਡੇ ਖੇਤਾਂ 'ਚ ਪੂਰਤੀ ਹੋ ਗਈ ਤੇ ਲਗਭਗ 43% ਜਿਹੜੀਆਂ ਬਿਮਾਰੀਆਂ ਉਹ ਘੱਟ ਆਉਣਗੀਆਂ ਜੀ। ਹੁਣ ਮੇਰੀ ਤੇ ਗੱਲ ਲਾ ਲਓ, ਜੇ ਮੈਂ ਆਪਣੀ ਗੱਲ ਕਰਾਂ ਤੇ ਜੇ ਮੇਰਾ ਸਰੀਰ ਬਿਮਾਰੀਆਂ ਨਾਲ ਲੜਨ ਦੇ ਕਾਬਲ ਹੋਊਗਾ ਤੇ ਬਿਮਾਰੀ ਲੱਗਣੀ ਨਹੀਂ। ਇਸੇ ਤਰੀਕੇ ਦੇ ਨਾਲ ਆਪਾਂ ਬੂਟਿਆਂ ਦੀ ਗੱਲ ਕਰਦੇ ਹਾਂ, ਤੁਸੀਂ ਤੇ ਬੈਲੈਂਸ ਮਾਤਰਾ 'ਚ ਖਾਦਾਂ ਦੀ ਜਿਹੜੀ ਵਰਤੋਂ ਜ਼ਰੂਰ ਕਰਿਆ ਕਰੋ। ਮੇਰੀ ਇੰਨੀ ਕੁ ਬੇਨਤੀ ਹੈ ਕਿ ਜੇ ਕੋਈ ਮਿੱਟੀ ਟੈਸਟ ਕਰਾ ਸਕਦਾ ਤਾਂ ਜ਼ਰੂਰ ਕਰਾਓ। 200 ਰੁਪਇਆ ਖਰਚਾ ਹੈ ਜੀ 1 ਏਕੜ ਦਾ, ਜੇ ਕਿਸੇ ਚੰਗੀ ਲੈਬੋਰਟਰੀ ਤੋਂ ਕਰਾਉਂਦੇ ਹੋ ਜੀ। ਉਹਦੇ ਅਕੋਰਡਿੰਗ ਜਿਹੜਾ ਆਪਾਂ ਉਹਦਾ ਟ੍ਰੀਟਮੈਂਟ ਕੀਤਾ ਜਾ ਸਕਦਾ। ਤੁਹਾਡੇ ਖੇਤ 'ਚ 90 ਤੋਂ 95% ਜਿਹੜੀਆਂ ਬਿਮਾਰੀਆਂ ਦੇ ਹਮਲੇ ਹੋਣ ਉਹ ਘਟ ਜਾਣਗੇ। ਤੁਹਾਡੇ ਜਿਹੜੇ ਖਰਚੇ ਆ ਉਹ ਮਿਨੀਮਾਈਜ਼ ਹੋ ਜਾਣਗੇ। ਜ਼ਿਮੀਂਦਾਰ ਨੂੰ ਬਚਾਉਣ ਦਾ ਇੱਕ ਹੀ ਤਰੀਕਾ ਹੈ ਕਿ ਅਸੀਂ ਜਿਹੜਾ ਉਹਦਾ ਖਰਚਾ ਹੈ ਜਿਹੜਾ ਉਹਨੂੰ ਘੱਟ ਤੋਂ ਘੱਟ ਕੀਤਾ ਜਾ ਸਕਦੇ। ਖਰਚਾ ਜਿਹੜਾ ਘੱਟ ਤੋਂ ਘੱਟ ਤਾਂ ਹੋਊਗਾ ਕਿ ਅਸੀਂ ਬੂਟੇ ਨੂੰ ਉਹਦੀ ਲੋੜੀਂਦੀ ਸਾਰੀ ਖੁਰਾਕ ਦੇ ਦਾਂਗੇ। ਉਹ ਬਿਮਾਰੀ ਜੇ ਕੋਈ ਆਉਂਦੀ ਆ ਤਾਂ ਉਹਨੂੰ ਆਪੇ ਲੱਗ ਜੇ। ਨੰਬਰ 2, ਚੰਗੀ ਵੈਰਾਈਟੀ ਚੂਜ਼ ਕਰ ਲਾਂਗੇ। ਜਿਹੜੀ ਅਵੇਅਰਨੈਸ ਹੈ, ਇਹ ਜਿਹੜੀ ਇੱਕ ਜਾਗਰੂਕਤਾ ਨਾ ਕਿ ਨਵੀਂ ਵੈਰਾਈਟੀ ਦੀ, ਇਹ ਨਵੀਂ ਵੈਰਾਈਟੀ ਦੀ ਜਾਗਰੂਕਤਾ ਤੁਹਾਨੂੰ ਸਾਰਿਆਂ ਨੂੰ ਇੱਥੇ ਲੈ ਕੇ ਆਈ ਹੈ। ਨਹੀਂ ਤਾਂ ਹਜ਼ਾਰਾਂ ਮੈਨੂੰ ਫੋਨ ਆਏ ਨੇ, ਹਜ਼ਾਰਾਂ ਫੋਨ ਆਏ ਕਹਿੰਦੇ ਕਿ ਤੁਸੀਂ ਉੱਥੇ ਭੇਜ ਦਿਓ, ਸਾਡੇ ਭੇਜ ਦਿਓ। ਇੱਥੋਂ 10 ਕਿਲੋਮੀਟਰ ਤੋਂ ਬੰਦਾ ਨਹੀਂ ਆ ਸਕਦਾ ਤੇ ਇੱਥੋਂ 250 ਕਿਲੋਮੀਟਰ ਤੋਂ ਬੰਦੇ ਆ ਕੇ ਬੈਠੇ ਨੇ ਜੀ। ਇਹ ਜਾਗਰੂਕਤਾ ਇਹਨੂੰ ਕਹਿੰਦੇ ਆ। ਆਪਣਾ ਪੰਜਾਬ ਜਿਹੜਾ ਉਹ ਜਾਗਰੂਕ ਹੋ ਰਿਹਾ ਤੇ ਪਰਮਾਤਮਾ ਅੱਗੇ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਕਿ ਇਸੇ ਤਰ੍ਹਾਂ ਹੀ ਇਹ ਜਾਗਰੂਕ ਹੁੰਦਾ ਰਹੇ। ਤੇ ਹੁਣ ਲੱਕੀ ਭਾਜੀ ਕਰੀਏ ਸ਼ੁਰੂ ਜੀ। ਠੀਕ ਹੈ, ਇਹ ਡਿਸਟ੍ਰੀਬਿਊਟ ਕਰਨਾ ਸ਼ੁਰੂ ਕਰੀਏ ਡਿਟੇਲ ਲੈ ਕੇ ਕਿ ਹਾਂਜੀ ਜੇ ਕਿਸੇ ਵੀ ਜ਼ਿਮੀਂਦਾਰ ਦਾ ਕੋਈ ਵੀ ਸਵਾਲ ਹੈ ਖੇਤੀ ਸੰਬੰਧੀ, ਕਣਕ ਸੰਬੰਧੀ, ਝੋਨੇ ਸੰਬੰਧੀ ਤਾਂ ਉਹ ਪੁੱਛ ਸਕਦਾ ਜੀ 1 ਬਾਏ 1 ਕਰਕੇ। ਇਹਨੂੰ ਨਾ ਇਹ ਜਿਹੜਾ ਹੁਣ ਮੈਂ ਗੱਲ ਆਖੀ ਹੈ ਨਾ, ਇਹ ਸਾਡੀ ਸਭ ਤੋਂ ਵੱਡੀ ਘਾਟ ਹੈ ਜੀ ਕਿ ਅਸੀਂ ਕਿਸੇ ਨੂੰ ਪੁੱਛਦੇ ਨਹੀਂ। ਸਰ ਇਹੀ ਹੈ ਜੀ, ਸਾਡੇ ਬਿਜਾਈ ਹੋ ਚੁੱਕੀ ਹੈ ਜੀ ਤਕਰੀਬਨ ਕਣਕ ਦੀ 30% ਦੀ ਬਿਜਾਈ ਬਹੁਤ ਜ਼ਿਆਦਾ। ਹਾਂਜੀ 303 ਮੈਂ ਲੈਣ ਆਇਆ, ਕਹਿੰਦੇ ਵੀ ਅਗੇਤੀ ਵੈਰਾਈਟੀ ਆ ਜੀ। ਮੈਨੂੰ ਮਨ 'ਚ ਵਹਿਮ ਹੋ ਗਿਆ ਹੁਣ ਪਛੇਤੀ ਦਾ ਕੋਈ ਨਹੀਂ ਕੋਈ ਗੱਲ ਨਹੀਂ ਭਾਜੀ 30 ਤਰੀਕ ਤੱਕ ਚੱਲੂ। ਪਿਛਲੇ ਸਾਨੂੰ 12 ਤਰੀਕ ਨੂੰ ਮਿਲੀ ਸੀ। ਠੀਕ ਹੈ ਜੀ। 30 ਤਰੀਕ ਤੱਕ ਬਿਜਾਈ ਆਰਾਮ ਨਾਲ ਕਰੋ। ਮੇਰਾ ਪਿੰਡ ਰਸੂਲਪੁਰ ਕਲਾਂ ਜੀ, ਮਹਿਤਾ ਰੋਡ ਤੇ
ਇੱਕ ਕਨਾਲ ਵੀ ਕਣਕ ਦੀ ਬੀਜੀ ਹਲੇ ਆਣ ਕੇ ਦੇਖ ਲਓ, ਜਿਵੇਂ ਲੰਘਦੇ ਆਉਂਦੇ, ਜੇ ਕੋਈ ਉਧਰ ਦਾ ਮਿੱਤਰ ਬੇਲੀ ਹੈ ਤਾਂ ਵੇਖ ਸਕਦਾ ਜੀ। ਹਾਲੇ ਮੇਰੇ ਖੇਤਾਂ 'ਚ ਅੱਜ ਪਰਾਲੀ ਦੀ ਚਕਾਈ ਹੋਣ ਰਹੀ ਹੈ। ਕੋਈ ਸਾਡੇ ਇਧਰ 90% ਤਕਰੀਬਨ ਬਜਾਈ ਹੋ ਚੁੱਕੀ ਹੈ। ਸਾਡੇ ਤੇ ਜੇ ਵੀਰੇ- ਬਾਰਿਸ਼ ਨਾ ਪੈਂਦੀ ਸਾਡੇ ਤਾਂ ਹੁਣ 120% ਹੋ ਜਾਂਦਾ। ਹਾਂ ਵੀਰ ਜੀ, ਅੱਗੇ ਇਹ ਜਿਹੜੀਆਂ ਵੈਰਾਈਟੀਆਂ ਨਾ, ਇਹ ਵੈਰਾਈਟੀਆਂ ਇਹ ਡਿੱਗਣ ਦਾ ਮੁੱਖ ਕਾਰਨ ਇਹੋ ਹੀ ਹੈ। ਗਰਮੀ 'ਚ ਆਪਾਂ ਇਹਦੀ ਬਿਜਾਈ ਕਰ ਦਿੰਦੇ ਆ ਤੇ ਇਹ ਹਾਈਟ ਜ਼ਿਆਦਾ ਲੈ ਜਾਂਦੀਆਂ ਜੀ, ਕਿਉਂਕਿ ਉਹ ਤੁਸੀਂ ਵੇਖਿਆ ਹੋ ਕਿ ਤੀਲਾ ਜਿਹਾ ਇਕੱਲਾ ਉੱਪਰ ਜਿਹਨੂੰ ਨਿਕਲ ਜਾਂਦਾ। ਜੇ ਇਹਦੀ ਬਿਜਾਈ ਇੱਕ ਸਹੀ ਟੈਂਪਰੇਚਰ ਤੇ ਕਰੀਏ ਤੇ ਫਿਰ ਜਿਹੜੀ ਡਿੱਗਣ ਦੀ ਸਮੱਸਿਆ ਉਹ ਵੈਸੇ ਵੀ ਘਟ ਜਾਂਦੀ ਹੈ। ਮਤਲਬ ਜਿਹੜਾ ਸਾਡਾ ਇਲਾਕਾ ਨਾ ਜੀ, ਇਹਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਤਾਂ ਪਿਛਲੇ ਸਾਲ ਇਹਨਾਂ ਨੇ 3 ਤਰੀਕ ਤੱਕ ਬਿਲਕੁਲ ਸਾਰੀ ਬਿਜਾਈ ਕਰਤੀ ਸੀ। ਜ਼ਿਮੀਂਦਾਰ ਨੂੰ ਇਹ ਨਹੀਂ ਸਮਝ ਆਉਂਦੀ ਜਿਹੜੀ ਕਣਕ ਹੈ ਨਾ ਜੀ, ਇਹ ਠੰਡ 'ਚ ਹੀ ਬੀਜਣੀ ਚਾਹੀਦੀ ਹੈ। ਠੰਡ 'ਚ ਜਿੰਨੀ ਕਣਕ ਰੁਕੇਗੀ ਇਹਦੀ ਸਾਖਾ ਫਟਣਗੀਆਂ, ਪਰ ਜ਼ਿਮੀਂਦਾਰ ਸਮਝਦਾ ਨਹੀਂ, ਉਹ ਕਹਿੰਦਾ ਨਹੀਂ ਯਾਰ ਰੋਕੀ ਇਹਨੂੰ ਖਾਦ ਪਾ ਦਿਓ। ਜੇ ਪੈਡੀ ਆ, ਪੈਡੀ 121 ਵੈਰਾਈਟੀ ਆ, ਉਹ ਗਰਮੀ ਦੇ ਵਿੱਚ ਜਦੋਂ ਰੁਕਦੀ ਹੈ ਨਾ, ਉਹ ਕੁਦਰਤ ਨੇ ਇੱਕ ਸਿਸਟਮ ਬਣਾਇਆ ਦਾ, ਜਦੋਂ ਗਰਮੀ ਦੇ ਵਿੱਚ ਰੁਕਦੀ ਹੈ ਉਹਦਾ ਬੂਟਾ ਫਟਦਾ। ਪਰ ਸਾਡੇ ਲੋਕੀ ਨਹੀਂ ਸੋਚਦੇ, ਕਹਿੰਦੇ ਨਹੀਂ ਯਾਰ ਰੁਕ ਗਿਆ, ਤੁਰਦਾ ਨਹੀਂ, ਖਾਦ ਪਾਈ ਜਾਂਦਾ ਦਵਾ ਦਾ 6-6 7-7 ਬੋਰੀਆਂ ਯੂਰੀਆ ਪਾ ਦਿੰਦੇ ਆ। ਉਹ ਬਿਲਕੁਲ ਨਜਾਇਜ਼ ਹੈ। ਲੋਕਾਂ ਨੂੰ ਇੰਨਾ ਸਮਝਾਉਂਦੇ, ਲੋਕੀ ਮੰਨਦੇ ਹੀ ਨਹੀਂ। ਮਤਲਬ ਯੂਰੀਆ ਪਾ ਕੇ ਜ਼ਮੀਨਾਂ ਦਾ ਬੇੜਾ ਗਰ ਕਰ ਛੜਿਆ ਇਹਨਾਂ ਨੇ। ਫਿਰ ਇਹ ਪਤਾ ਮਤਲਬ ਜਿਸ ਤਰ੍ਹਾਂ ਪੈਡੀ ਹੈ ਜੀ, ਪੈਡੀ ਲਾ ਦਿੰਦੇ 7 ਤਰੀਕ ਨੂੰ। ਵੇਖੋ ਕਦੀ ਵੀ ਜਿਹੜੀ ਫਸਲ ਹੈ ਨਾ, ਫਸਲ ਪੱਕਦੀ ਹੈ ਮੌਸਮ ਦੇ ਨਾਲ। ਜੇ ਤਰੇਲ ਪਏਗੀ, ਠੰਡ ਪਏਗੀ, ਪੈਡੀ ਫੇਰ ਪੱਕਣੀ ਹੈ। ਬਸ ਇੱਕੋ ਗੱਲ ਕਹਿਣਗੇ, ਅਸੀਂ ਤਾਂ ਸਭ ਤੋਂ ਗੇਤਰੀ ਬੀਜੀ ਦੀ ਹੈ, ਅਸੀਂ ਤਾਂ ਇੰਨੀ ਤਰੀਕ ਨੂੰ ਲਾਤੀ। ਉਹ ਗੇਤਰੀ ਬੀਜ ਕੇ ਕੋਈ ਗੇਤਰੀ ਤਾਂ ਪੱਕਦੀ ਨਹੀਂ ਜੀ ਫਸਲ। ਜਦੋਂ ਤਰੇਲ ਪਏਗੀ, ਠੰਡ ਪਏਗੀ, ਪੈਡੀ ਉਦੋਂ ਬਣਨੀ ਹੈ, ਉਹਦੀ ਕੁਆਲਿਟੀ ਉਦੋਂ ਬਣਨੀ ਹੈ। ਹੁਣ ਬਾਸਮਤੀ ਆ 1509 ਲੋਕਾਂ ਨੇ ਬਿਲਕੁਲ ਖਤਮ ਕਰਤੀ। 1692 ਲੋਕਾਂ ਨੇ ਵੀ ਅਗਲੇ ਸਾਲ ਖਤਮ ਕਰ ਦੇਣੀ ਹੈ, ਕਿਉਂਕਿ ਆਪਾਂ ਨੂੰ ਪਤਾ ਲੋਕਾਂ 10 ਜੂਨ ਨੂੰ ਲਾ ਦੇਣੀ ਹੈ, ਜਦ ਕਿ ਜਿਹੜੀ ਬਾਸਮਤੀ ਇਹਦਾ ਟਾਈਮ ਹੀ 15 ਜੁਲਾਈ ਨੂੰ ਲੱਗਣ ਦਾ। ਪਰ ਲੋਕੀ ਮੰਨਦੇ ਹੀ ਨਹੀਂ। ਲੋਕਾਂ ਨੂੰ ਸਮਝਾਈਦਾ, ਇਹੋ ਤਾਂ ਮੈਂ ਕਹਿੰਦਾ ਦੁਕਾਨ ਤੇ ਮੈਂ ਬਹਿਨਾ, ਜਦੋਂ ਮੈਂ ਜ਼ਿਮੀਂਦਾਰ ਨੂੰ ਸਮਝਾਉਣਾ, ਉਹ ਜ਼ਿਮੀਂਦਾਰ ਕਹਿੰਦਾ ਚੱਲ ਠੀਕ ਹੈ, ਦੂਜੀ ਦੁਕਾਨ ਤੇ ਜਾਂਦਾ ਸੌਦਾ ਲੈ ਕੇ ਗਾਂਹ ਜਾਂਦਾ, ਉਹ ਕਹਿੰਦਾ ਯਾਰ ਤੂੰ ਮੇਰਾ ਗਾਹਕ ਵੀ ਖਰਾਬ ਕਰਤਾ। ਮੈਂ ਕਹਿੰਦਾ ਕੋਈ ਗੱਲ ਨਹੀਂ, ਖਰਾਬ ਹੋ ਗਿਆ, ਅਗਲੀ ਵਾਰੀ ਫੇਰ ਆ ਜਾਊਗਾ। ਹੁਣ 303 ਆਪਾਂ ਮਤਲਬ ਦੇਣ ਦਾ ਕਾਰਨ ਹੀ ਹੋਇਆ। ਵੇਖੋ ਬਾਜ਼ਾਰ 'ਚ ਪਤਾ ਨਹੀਂ ਕੀ ਹੁੰਦਾ ਕੀ ਨਹੀਂ ਹੁੰਦਾ, ਇਸ ਮੈਟਰ 'ਚ ਨਹੀਂ ਜਾਣਾ ਚਾਹੁੰਦੇ। ਪਰ ਇਹ ਵੀ ਇਹ ਵੈਰਾਈਟੀ ਚਲੋ ਠੀਕ ਹੈ, ਇਹ ਮਤਲਬ ਵੈਰਾਈਟੀ ਬਹੁਤ ਵਧੀਆ। ਇਹ ਤੋਂ 2 ਵੈਰਾਈਟੀਆਂ ਅਗਲੇ ਸਾਲ ਹੋਰ ਆਉਣੀਆਂ, ਉਹ ਇਹਨਾਂ ਦਾ ਵੀ ਮਤਲਬ ਸਿਰਾ ਵਾ ਬਹੁਤ ਵਧੀਆ। ਉਹ ਅਗਲੇ ਸਾਲ ਤੁਹਾਨੂੰ ਦੱਸਾਂਗੇ ਕਿਹੜੀਆਂ ਵੈਰਾਈਟੀਆਂ ਨੇ, ਕਿਉਂਕਿ ਸਾਡੀਆਂ ਕਈ ਮਜਬੂਰੀਆਂ ਆਪਾਂ ਦੱਸ ਨਹੀਂ ਸਕਦੇ। ਇੱਕ PHU ਦੀ ਆ, ਇੱਕ ਇਹਨਾਂ ਦੀ ਆ। ਮਤਲਬ ਉਹ ਵੈਰਾਈਟੀ ਜਿੱਦਾਂ 29 ਸਾਲ ਨੇ 7-8 ਸਾਲ ਰਾਜ ਕੀਤਾ ਨਾ, ਉਹ ਵੈਰਾਈਟੀ ਵੀ ਕਰੇਗੀ। ਬਾਕੀ ਜਿਹੜੀ 303 ਹੈ, ਇਹਦੀ ਇੱਕ ਖਾਸੀਅਤ ਹੈ, ਇਹਦਾ ਛੱਟਾ ਨਾ, ਇਹਦੀ ਘੁੰਡੀ ਆ, ਉਹਦੇ 'ਚ 6 ਤੋਂ 7 ਦਾਣੇ ਆ। ਕਿਸੇ ਘੁੰਡੀ 'ਚ 4-5 ਦਾਣੇ ਤੋਂ ਵੱਧ ਦਾਣੇ ਨਹੀਂ ਹੈਗੇ। ਹਾਂ, ਇੱਥੇ ਵੀਰ ਜੀ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਤੁਸੀਂ 5 ਬੋਰੀਆਂ ਜਿਹੜੀ ਨਾਈਟ੍ਰੋਜਨ ਆ ਉਹ ਯੂਜ਼ ਕੀਤੀ ਹੈ ਜੀ ਆਪਣੇ ਖੇਤ ਦੇ ਵਿੱਚ। ਇੱਕ ਨਾ ਜ਼ਮੀਨਾਂ 'ਚ ਸਿਸਟਮ ਚੱਲਦਾ ਜੀ, ਕੁਦਰਤ ਨੇ ਇੱਕ ਸਿਸਟਮ ਬਣਾਇਆ, ਉਹਦੇ ਬਾਰੇ ਮੈਂ ਬਹੁਤਾ ਜ਼ਿਆਦਾ ਮਾਹਰ ਨਹੀਂ, ਕਿਉਂਕਿ ਮੈਂ ਕੋਈ ਡਾਕਟਰ ਨਹੀਂ, ਮੈਂ ਇੱਕ ਕਿਸਾਨ ਹਾਂ। ਤੇ ਇਹਦੀ ਰੇਸ਼ੋ ਜਿਹੜੀ ਉਹ ਬਰਾਬਰ ਮਾਤਰਾ ਚੱਲਣੀ ਚਾਹੀਦੀ ਹੈ। ਮਤਲਬ ਜਿੱਥੇ DAP ਜ਼ਿਆਦਾ ਹੋ ਜਾਏ ਉੱਥੇ ਜ਼ਿੰਕ ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ, ਤੇ ਜਿੱਥੇ ਨਾਈਟ੍ਰੋਜਨ ਜਿਹਨੂੰ ਯੂਰੀਆ ਕਹਿੰਦੇ, ਯੂਰੀਆ ਜ਼ਿਆਦਾ ਹੋ ਗਈ ਉੱਥੇ ਪੋਟਾਸ਼ ਆਪਣਾ ਕੰਮ ਕਰਨਾ ਬੰਦ ਨਹੀਂ ਕਰਦੀ, ਇਹਨੂੰ ਕਹਿ ਲਓ ਵੀ ਘੱਟ ਕਰ ਦਿੰਦੀਆਂ ਨੇ। ਮਤਲਬ ਇਹ ਇੱਕ ਦੂਜੇ ਦੇ ਉਲਟ ਚੱਲਦੀਆਂ ਨੇ। ਇਸ ਕਰਕੇ ਜੇ ਤੁਸੀਂ ਯੂਰੀਆ ਵਰਤਦੇ ਹੋ ਤਾਂ ਪੋਟਾਸ਼ ਹੈ ਜਿਹੜੀ ਉਹ ਨਾਲ ਐਡ ਕਰਨੀ ਸ਼ੁਰੂ ਕਰੋ 3:1 ਦੀ ਰੇਸ਼ੋ ਦੇ ਹਿਸਾਬ ਨਾਲ। ਮਤਲਬ 3 ਹਿੱਸੇ ਜਿਹੜੀ ਯੂਰੀਆ ਹੋ ਗਈ, 1 ਹਿੱਸਾ ਪੋਟਾਸ਼ ਹੋ ਗਈ। ਇਹਦੇ ਨਾਲ ਤੁਸੀਂ ਐਡ ਕਰੋਗੇ ਤਾਂ ਜਿਹੜਾ ਤੁਹਾਡਾ ਯੀਲਡ ਮਤਲਬ ਦਾਣੇ ਮੁੰਜਰ 'ਚ ਤੁਹਾਨੂੰ ਉਨੇ ਦਿਖਣਗੇ, ਦਾਣਿਆਂ ਦਾ ਵਜਨ ਵੱਧ ਜਾਊਗਾ। ਠੀਕ ਹੈ ਜੀ। ਹੁਣ ਪ੍ਰਾਇਮਰੀ ਜਿਹੜੇ ਨਿਊਟ੍ਰੀਐਂਟ ਹੈ, ਜਿਨ੍ਹਾਂ ਨੂੰ ਆਪਾਂ ਮੁੱਖ ਤੱਤ ਕਹਿ ਸਕਦੇ ਹਾਂ, ਆਪਣੇ ਭੋਜਨ 'ਚ ਆਪਾਂ ਰੋਟੀ ਜਿਹੜੀ ਮੁੱਖ ਤੌਰ ਤੇ ਰੋਟੀ ਸਬਜ਼ੀ ਲੈ ਕੇ ਚੱਲਦੇ ਹਾਂ। ਬੂਟੇ 'ਚ ਸਭ ਤੋਂ ਮੌਜੂਦ ਹੈ ਕਿਹੜਾ ਜੀ, ਕਾਰਬਨ, ਜਿਹਨੂੰ ਆਰਗੈਨਿਕ ਕਾਰਬਨ ਕਹਿੰਦੇ। ਆਪਣੇ ਖੇਤਾਂ 'ਚੋਂ ਬਹੁਤ ਘਟ ਰਿਹਾ। ਉਹ ਛੋਟੀ ਜਿਹੀ ਉਦਾਹਰਨ ਇੱਕ ਮੈਂ ਤੁਹਾਨੂੰ ਦੇ ਦਿੰਦਾ। ਨਾਰਮਲ ਜੇ ਆਪਾਂ ਗੱਲ ਕਰੀਏ ਕਿ ਤੁਹਾਡੀ ਗੱਲ ਤੇ ਮੈਂ ਵੀ 25 ਕੁਇੰਟਲ ਆਪਾਂ ਪਰਮਲ ਕੱਢੀ ਜੀ, ਹਾਂ ਨਾ 25 ਲਾ ਲਓ ਤੁਸੀਂ, ਤੇ ਘੱਟੋ ਘੱਟ ਤੁਸੀਂ 15 ਕੁਇੰਟਲ ਹੀ ਕਣਕ ਲਾ ਲਓ, 40 ਕੁਇੰਟਲ ਹੋ ਗਿਆ ਜੀ। ਤੇ ਤੂੜੀ ਵੀ ਬਣਾਈ ਹੋਊ, 20-30 ਕੁਇੰਟਲ ਤੂੜੀ ਵੀ ਨਿਕਲੀ, ਲਗਭਗ ਲਾ ਲਓ ਵੀ 100 ਕੁਇੰਟਲ ਆਪਾਂ ਸਮਾਨ ਜਿਹੜਾ 1 ਕਿੱਲੇ 'ਚੋਂ ਕੱਢ ਲਿਆ। ਹੁਣ 100 ਕੁਇੰਟਲ ਕੱਢ ਲਿਆ, ਪਰ ਪਾਇਆ ਕਿੰਨਾ? ਗੱਲ ਇੱਥੇ ਆਣ ਕੇ ਕੋਈ ਨਾ ਕੋਈ ਚੀਜ਼ ਹੈ ਜਿਹੜੀ ਉਹ ਘੱਟ ਹੋਈ ਹੈ। ਉਹ ਕਿਹੜੀ ਚੀਜ਼ ਘੱਟ ਹੋਈ ਹੈ? ਉਹ ਹੈਗੀ ਕਾਰਬਨ। ਫਸਲਾਂ ਦੀ ਰਹਿੰਦ ਖੂੰਹਦ, ਜਾਂ ਆਪਾਂ ਉਹਨੂੰ ਗੋਹੇ ਦੇ ਰੂਪ ਜਾਂ ਰੂੜੀ ਦੇ ਰੂਪ 'ਚ ਪੂਰੀ ਕਰ ਸਕਦੇ ਹਾਂ। ਉਹ ਕਾਰਬਨ ਘਟਣ ਦੇ ਨਾਲ ਨਾਲ ਸਾਡੀਆਂ ਜ਼ਮੀਨਾਂ ਜਿਹੜੀਆਂ ਟਾਈਟ ਹੋਣੀਆਂ ਸ਼ੁਰੂ ਹੋ ਗਈਆਂ।
ਕਾਰਬਨ ਦੀ ਪੂਰਤੀ ਜਾਂ ਤੇ ਜਿਹੜੀ ਫਸਲਾਂ ਦੀ ਰਹਿੰਦ ਖੂੰਹਦ ਨੂੰ ਵਿੱਚ ਵਾਹ ਕੇ ਕੀਤੀ ਜਾ ਸਕਦੀ ਹੈ, ਐਡੀਸ਼ਨਲ ਗੋਹੇ ਦੇ ਰੂਪ 'ਚ, ਰੂੜੀ ਦੇ ਰੂਪ 'ਚ ਬਾਹਰੋਂ ਪਾ ਕੇ ਕੀਤੀ ਜਾ ਸਕਦੀ ਹੈ। ਕਾਰਬਨ ਜਿਹੜੀ ਉਹ 1% ਤੱਕ ਜੇ 0.75 ਹੋਵੇ, ਮਤਲਬ 1 ਕਿਲੋ 100 ਕਿਲੋ ਜੇ ਆਪਾਂ ਮਿੱਟੀ ਲੈਂਦੇ ਆ ਤਾਂ ਲਗਭਗ 750 ਗ੍ਰਾਮ ਉਹ 'ਚ ਫਸਲਾਂ ਦੀ ਰਹਿੰਦ ਖੂੰਹਦ ਜਾਂ ਰੂੜੀ ਖਾਦ ਵਗੈਰਾ ਉਹ ਚਾਹੀਦੀ ਹੁੰਦੀ ਹੈ ਜੀ। ਹੁਣ ਲਗਾਤਾਰ ਆਪਾਂ ਕੱਢੀ ਜਾ ਰਹੇ ਹਾਂ ਜੀ, ਕੱਢੀ ਜਾ ਰਹੇ ਹਾਂ ਜੀ। ਇੱਕ ਦਿਨ ਐਸਾ ਆਉਣਾ ਕਿ ਜ਼ਮੀਨ ਨੇ ਜਿੰਨੀ ਮਰਜ਼ੀ ਖਾਦ ਪਾ ਲਓ, ਪ੍ਰੋਡਕਸ਼ਨ ਦੇਣੀ ਬੰਦ ਕਰ ਦੇਣੀ, ਕਿਉਂਕਿ ਕਾਰਬਨ ਜਿਹੜਾ ਹੈ ਜੀ, ਕਾਰਬਨ ਬੈਕਟੀਰੀਆ ਜਿਹੜੇ ਉਹ ਚਲਾਉਂਦੇ ਨੇ। ਜਿਵੇਂ ਤੁਸੀਂ ਦੇਖਿਆ ਉਹ ਕਦੀ ਜਿਹੜਾ ਮੈਡੀਕਲ ਲਾਈਨ ਨਾਲ ਸੰਬੰਧਿਤ ਹੈ ਉਹ ਦੇਖਿਆ ਹੋ ਕਿ ਕਿਤੇ ਦਹੀਂ ਹੈ ਜਿਹੜਾ ਜੀ, ਉਹਨੂੰ ਤੁਸੀਂ ਟੈਲੀਸਕੋਪ ਦੇ ਥੱਲੇ ਰੱਖ ਕੇ ਦੇਖਿਓ, ਉਹ 'ਚ ਹਜ਼ਾਰਾਂ ਹੀ ਕੀਟਾਣੂ ਤੁਹਾਨੂੰ ਦਿਖਣਗੇ ਜਿਹੜੇ ਦੁੱਧ ਤੋਂ ਦਹੀਂ ਬਣਾਉਂਦੇ ਉਹ ਬੈਕਟੀਰੀਆ ਹੈ ਜੀ। ਇਸੇ ਤਰ੍ਹਾਂ ਜ਼ਮੀਨ ਦੇ ਅੰਦਰ ਬੈਕਟੀਰੀਆ ਕੰਮ ਕਰਦੇ ਨੇ। ਉਹ ਸਾਡੇ ਜਿਹੜੇ ਬੈਕਟੀਰੀਆ ਹੈ ਉਹ ਮਰਨੇ ਸ਼ੁਰੂ ਹੋ ਗਏ। ਮਰਨੇ ਤਾਂ ਸ਼ੁਰੂ ਹੋ ਗਏ ਕਿਉਂਕਿ ਕਾਰਬਨ ਹੈ ਨਹੀਂ। ਉਹ ਕਾਰਬਨ ਦੇ ਨਾਲ ਉਹਨਾਂ ਨੇ ਜੀਣਾ ਹੈ। ਜਦੋਂ ਬੈਕਟੀਰੀਆ ਮਰ ਗਏ, ਖਾਦ ਦੀਆਂ ਤੁਸੀਂ ਢੇਰੀਆਂ ਲਾ ਦਿਓ ਖੇਤ ਦੇ ਵਿੱਚ, ਉਹਨਾਂ ਨੇ ਖਾਣੀਆਂ ਨਹੀਂ। ਕਿਉਂਕਿ ਬੈਕਟੀਰੀਆ ਇੱਕ ਰੂਪ 'ਚ ਕੰਮ ਕਰਦਾ। ਖਾਦ ਥੋੜੀ ਦੂਰ ਪਈ ਹੈ, ਬੂਟਾ ਇੱਥੇ ਹੈ, ਤਾਂ ਬੈਕਟੀਰੀਆ ਖਾਦ ਨੂੰ ਬ੍ਰੇਕ ਕਰਦਾ, ਅਵੇਲੇਬਲ ਫਾਰਮੂਲੇਸ਼ਨ 'ਚ ਕਨਵਰਟ ਕਰਦਾ। ਮੰਨ ਲਓ ਇੱਕ ਕੱਚੀ ਸਬਜ਼ੀ ਪਈ, ਆਪਾਂ ਕੱਚੀ ਸਬਜ਼ੀ ਨਹੀਂ ਖਾ ਸਕਦੇ। ਬੈਕਟੀਰੀਆ ਕੀ ਕਰਦਾ ਕਿ ਖਾਦ ਆਪਾਂ ਪਾਤੀ, ਉਹਨੂੰ ਬੂਟੇ ਦੇ ਭੋਜਨ ਦੇ ਰੂਪ 'ਚ ਕਨਵਰਟ ਕਰਨਾ, ਮਤਲਬ ਬੂਟੇ ਦੇ ਖਾਣਯੋਗ ਬਣਾ ਦਿੰਦਾ। ਫਿਰ ਉਹ ਬੂਟਾ ਬੈਕਟੀਰੀਆ ਜਿਹੜਾ ਹੈ ਜੀ ਉਹ ਇਸੇ ਤਰ੍ਹਾਂ ਆਪਣਾ ਲਾਈਫ ਸਾਈਕਲ ਚਲਾਉਂਦਾ ਹੈ, ਖਾਦ ਨੂੰ ਬ੍ਰੇਕ ਕਰਦਾ, ਬੂਟੇ ਨੂੰ ਦਿੰਦਾ ਹੈ ਤੇ ਬਦਲੇ 'ਚ ਆਪਣੇ ਜੀਣ ਲਈ ਉਹਦੇ ਕੋਲ ਖੁਰਾਕ ਲੈਂਦਾ। ਇਹ ਲਾਈਫ ਸਾਈਕਲ ਜ਼ਮੀਨ ਦੇ ਅੰਦਰ ਚੱਲਦਾ, ਜਿਹੜਾ ਆਪਾਂ ਡਿਸਟਰਬ ਕਰਤਾ। ਕਿਸੇ ਨੂੰ ਬੈਕਟੀਰੀਆ ਬਾਰੇ ਨਹੀਂ ਪਤਾ। ਹੁਣ ਕੰਸੋਰੀਅਮ ਜਿਹੜਾ ਕਣਕ ਨੂੰ ਲਾਉਣਾ ਜ਼ਰੂਰੀ ਹੁੰਦਾ ਹੈ ਜੀ, ਜਿਹੜੇ ਜੀਵਾਣੂ ਖਾਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਜੀਵਾਣੂ ਇਸੇ ਕਰਕੇ ਲਾਈਦੇ ਕਿ ਜਿਹੜੇ ਬੈਕਟੀਰੀਆ ਜਿਹੜੀ ਉਹ ਸਟੇਬਲ ਹੋ ਜਾਣ। ਜਦੋਂ ਬੈਕਟੀਰੀਆ ਸਟੇਬਲ ਹੋ ਗਏ ਤਾਂ ਆਟੋਮੈਟਿਕਲੀ ਤੁਹਾਡੀ ਪ੍ਰੋਡਕਸ਼ਨ ਜਿਹੜੀ ਉਹ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਮੁੱਖ ਤੱਤਾਂ ਦੇ ਰੂਪ 'ਚ ਆਪਾਂ ਗੱਲ ਕਰੀਏ ਤਾਂ ਕਾਰਬਨ ਜਿਹੜਾ ਸਭ ਤੋਂ ਜ਼ਰੂਰੀ ਆਉਂਦਾ ਹੈ। ਉਸ ਤੋਂ ਬਾਅਦ ਖਾਦਾਂ ਦੇ ਰੂਪ 'ਚ ਆਪਾਂ ਗੱਲ ਕਰੀਏ ਤਾਂ ਨਾਈਟ੍ਰੋਜਨ, ਜਿਹਨੂੰ ਯੂਰੀਆ ਕਹਿ ਸਕਦੇ ਹਾਂ, ਡਾਇਆ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ। ਇਹ 6 ਜਿਹੜੇ ਜੀ ਪਹਿਲੀ ਸ਼੍ਰੇਣੀ 'ਚ ਆਉਂਦੇ, ਇਹਨਾਂ ਨੂੰ ਮੁੱਖ ਤੱਤ ਕਹਿ ਸਕਦੇ। ਇਹ ਤੋਂ ਬਾਅਦ ਛੋਟੇ ਤੱਤ ਆ ਜਾਂਦੇ ਨੇ, ਜਿਵੇਂ ਜ਼ਿੰਕ ਆ ਗਿਆ ਜਾਂ ਸਲਫਰ ਆ ਗਿਆ ਜਾਂ ਹੋਰ ਬਹੁਤ ਸਾਰੇ ਛੋਟੇ ਤੱਤ ਜਿਹੜੇ ਉਹ ਸਾਰੇ ਆਉਂਦੇ। ਉਸ ਦੇ ਸੰਬੰਧ ਨਾਲ ਜੇ ਤਾਂ ਤੁਸੀਂ ਮੈਨੂੰ ਮੋਸਟਲੀ ਜਾਣਦੇ ਹੋਗੇ, ਜੇ ਨਹੀਂ ਜਾਣਦੇ ਤਾਂ ਮੇਰੇ ਚੈਨਲ ਤੇ ਸਾਰੀਆਂ ਵੀਡੀਓ ਬਣੀਆਂ ਪਈਆਂ ਜੀ ਕਿ ਕਿਵੇਂ ਖਾਦਾਂ ਨੂੰ ਆਪਾਂ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਵੇਖੋ ਪਰਫੈਕਟ ਤਾਂ ਕੋਈ ਨਹੀਂ ਹੋ ਸਕਦਾ ਜੀ, ਪਰ ਆਪਾਂ ਹੌਲੀ ਹੌਲੀ ਜੇ ਕੋਸ਼ਿਸ਼ ਕਰੀਏ, ਡਾਟਾ ਲਿਖਣਾ ਸ਼ੁਰੂ ਕਰੀਏ ਤਾਂ ਆਉਣ ਵਾਲੇ ਜਿਹੜੇ ਸਾਲ ਹੈ ਉਹਨਾਂ 'ਚ ਆਪਾਂ ਸੁਧਾਰ ਕਰ ਸਕਦੇ ਹਾਂ। ਮੌਸਮ ਦਾ ਤੁਸੀਂ ਅੰਦਾਜ਼ਾ ਲਾਉਣਾ ਸਿੱਖ ਲਓ ਕਿ ਇਹੋ ਜਿਹੇ ਮੌਸਮ ਦੇ ਵਿੱਚ ਅੱਜ ਸੁੰਡੀ ਦੀ ਸਮੱਸਿਆ ਆਈ ਹੈ ਜਾਂ ਬਲਾਈਟ ਦੀ ਸਮੱਸਿਆ ਆਈ ਆ, ਅਗਲੇ ਸਾਲ ਜਦੋਂ ਇਹੋ ਜਿਹਾ ਮੌਸਮ ਆਊਗਾ ਨਾ, ਉਹ ਸਮੱਸਿਆ ਫੇਰ ਆਊਗੀ। ਕਿਉਂ ਨਾ ਬੁਖਾਰ ਚੜ੍ਹਨ ਤੋਂ ਪਹਿਲਾਂ ਉਹਦੀ ਦਵਾਈ ਆਪਾਂ ਤਿਆਰ ਕਰ ਲਈਏ। ਤੁਸੀਂ ਬੂਟੇ ਨੂੰ ਬਿਮਾਰ, ਪਤਾ ਕਿ ਇਹੋ ਜਿਹਾ ਮੌਸਮ ਆਉਣ ਡਿਆ, ਹੁਣ ਉਹਨੂੰ ਆਹ ਬਿਮਾਰੀ ਲੱਗ ਜਾਣੀ ਆ, ਖਾਦ ਖੁਰਾਕ ਦੇ ਰੂਪ 'ਚ ਉਹਨੂੰ ਐਡਾ ਤਕੜਾ ਕਰ ਦਿਓ ਕਿ ਉਹ ਬਿਮਾਰੀ ਆਪਣੇ ਆਪ ਚੱਲ ਜਾਏ। ਹੋਰ ਕਿਸੇ ਦਾ ਕੋਈ ਸਵਾਲ ਜੀ? है कोई सवाल किसी का? कि वासवी जी फतेह ਨਹੀਂ ਨਹੀਂ ਕਰੋ ਗੱਲਾਂ ਜੇ 5 ਮਿੰਟ ਹੁਣ ਆਪਾਂ ਪੋਟਾਸ਼ ਜਿਹੜੀ ਆ ਇਸ ਵਾਰੀ ਮਤਲਬ ਅੱਧੀ ਬੋਰੀ ਪਾਈ ਆ। हाँ ਇਹਦੇ ਨਾਲ ਹੁਣ ਮਤਲਬ ਕਿੱਲੇ ਦੀ ਕਿੰਨੀ ਪੋਟਾਸ਼ ਤੇ ਕਿੰਨੀ ਸੁਪਰ ਪਈ ਮੇਰੇ ਕੋਲੇ। हाँ जी ਪਾ ਦਈਏ ਤੇ ਕਿੰਨੀ ਪਾ ਦਈਏ, ਉਸ ਤੋਂ ਬਾਅਦ ਉੱਤੇ ਯੂਰੀਆ ਜਾਂ ਹੋਰ ਕੁਝ, ਇਹਦੇ ਬਾਰੇ ਥੋੜੀ ਜਿਹੀ ਡਿਟੇਲ। ਵੀਰ ਜੀ ਇਹਦੇ ਲਈ ਤੁਸੀਂ ਨਾਰਮਲ ਕਿਹੜੀ ਪ੍ਰੈਕਟਿਸ ਫੋਲੋ ਕਰਦੇ ਹੋ? ਕਿੰਨੇ ਕਿਲੋ ਡੀਏਪੀ, ਕਿੰਨੇ ਕਿਲੋ ਪੋਟਾਸ਼ ਪਹਿਲਾਂ ਪਾਉਂਦੇ ਹੋ? ਪਹਿਲਾਂ ਜਿਹੜੀ ਉਹ ਇੱਕ ਬੋਰੀ ਆਪਣੀ ਮਤਲਬ ਡਾਇਆ हाँ जी ਡੀਏਪੀ, ਤੇ ਉਸ ਤੋਂ ਬਾਅਦ ਉੱਤੇ ਜਦੋਂ ਪਾਣੀ ਲਾਉਣਾ, ਪਾਣੀ ਲਾਉਣ ਤੋਂ ਪਹਿਲਾਂ ਇੱਕ ਬੋਰੀ ਯੂਰੀਆ, ਤੇ ਪਾਣੀ ਲਾਉਣ ਤੋਂ ਸਪਰੇਅ ਕਰਕੇ ਤੇ ਫਿਰ ਇੱਕ ਬੋਰੀ ਯੂਰੀਆ ਦੀ ਮਾਤਰਾ ਆਪਾਂ ਇੱਥੇ ਨਹੀਂ ਵਧਾਉਣੀ, ਆਪਾਂ ਇੱਥੇ ਪੋਟਾਸ਼ ਤੇ ਫਾਸਫੇਟ ਜਿਹਨੂੰ ਆਪਾਂ ਡੀਏਪੀ ਕਹਿ ਸਕਦੇ ਹਾਂ, ਉਹਦੀ ਮਾਤਰਾ ਆਪਾਂ ਵਧਾਵਾਂਗੇ। ਪੋਟਾਸ਼ ਬੀਜਣ ਲੱਗਿਆ ਥੱਲੇ ਪਾਉਣੀ। ਹਾਂ ਥੱਲੇ ਪਾਉਣੀ ਹੈ ਜੀ। ਉੱਪਰ ਪਾਵਾਂਗੇ ਕਲੋਰਾਈਡ ਫਾਰਮ ਹੁੰਦੀ ਹੈ, ਪੱਤੇ ਸਾੜ ਸਕਦੀ ਆ। ਬਾਕੀ ਕੁਝ ਫਾਰਮੂਲਾ ਜਿਹੜੀਆਂ ਉੱਪਰ ਪੈਣ ਵਾਲੀਆਂ ਵੀ ਹੁੰਦੀਆਂ, ਪੋਟਾਸ਼ੀਅਮ ਨਾਈਟ੍ਰੇਟ ਆਉਂਦੀ ਹੈ, ਪੋਟਾਸ਼ੀਅਮ ਸਲਫੇਟ ਆਉਂਦੀਆਂ, ਤਾਂ ਉਹ ਉੱਪਰ ਵੀ ਪੈ ਸਕਦੀਆਂ। ਜਿਹੜੇ ਜਿਨ੍ਹਾਂ ਨੇ ਹੁਣ ਬੀਜਲੀ ਆ ਉਹ ਪਾਉਣਾ ਚਾਹੁੰਦੇ ਆ ਤਾਂ ਉੱਪਰ ਵੀ ਪਾ ਸਕਦੇ ਆ ਜੀ। ਸਪੈਸ਼ਲ ਫਾਰਮੂਲੇਸ਼ਨ ਵਾਲੀਆਂ ਖਾਦਾਂ ਵੀ ਆਉਂਦੀਆਂ ਜੀ। ਇੱਕ ਪੋਲੀਸਲਫੇਟ ਖਾਦ ਆਉਂਦੀ, ਇੰਗਲੈਂਡ ਦੀ ਬਣੀ ਆ, ਉਹ 1500 ਰੁਪਏ ਦੀ 1 ਕਿੱਲੇ 'ਚ ਪੈਂਦੀ ਹੈ। ਤਾਂ ਉਹ ਮੈਨੂੰ ਉਹਦੇ ਰਿਜ਼ਲਟ ਬੜੇ ਵਧੀਆ ਲੱਗੇ। ਮੈਂ ਪ੍ਰਮੋਟ ਨਹੀਂ ਕਰਦਾ ਕਿਸੇ ਨੂੰ, ਪਰ ਮੈਨੂੰ ਉਹਦੇ ਰਿਜ਼ਲਟ ਚੰਗੇ ਮਿਲੇ। ਤਾਂ ਉਹ ਆਪਾਂ ਉੱਪਰ ਵੀ ਪਾ ਸਕਦੇ ਆ, ਪਰ ਥੱਲੇ ਪਾਇਆ ਉਹ ਜ਼ਿਆਦਾ ਕੰਮ ਕਰਦੀ ਹੈ ਜੀ। ਹੁਣ ਖਾਦਾਂ ਦੇ ਰੂਪ 'ਚ ਜੇ ਆਪਾਂ ਗੱਲ ਕਰੀਏ ਤਾਂ ਡੀਏਪੀ ਦੇ ਨਾਲ ਪੋਟਾਸ਼ ਜਿਹੜੀ ਜ਼ਰੂਰ ਵਰਤਿਆ ਕਰੋ। ਜੇ ਕੋਈ ਮਿੱਟੀ ਟੈਸਟ ਕਰਾ ਸਕਦਾ, ਇੱਕ ਲੈਬ ਹੁਸ਼ਿਆਰਪੁਰ ਹੈਗੀ ਹੈ ਜੀ, ਸਿਟਰਸ ਸਟੇਟ ਹੁਸ਼ਿਆਰਪੁਰ। ਚੰਗੀਆਂ ਜਿਹੜੀਆਂ ਲੈਬਾਂ ਜੀ, ਹਲੇ ਅਸੀਂ ਮੰਨਦੇ ਹਾਂ ਕਿ ਲੈਬਾਂ ਦੀ ਸਾਡੇ ਕੋਲ ਘਾਟ ਹੈ, ਪਰ ਜਿੱਦਾਂ ਮੰਨ ਲਓ 10 ਫਾਰਮਰ ਰਲ ਕੇ ਤਾਂ ਇੱਕੋ ਹੀ ਬੰਦਾ ਸੈਂਪਲ ਲੈ ਕੇ ਜੋ 10 ਥਾਵਾਂ ਤੇ ਖਰਚਾ ਡਿਵਾਈਡ ਹੋ ਜਾਊਗਾ ਜੀ। ਕੋਈ ਗੱਡੀ 'ਚ ਰੱਖ ਕੇ ਲੈ ਜੇ 2000 ਖਰਚਾ ਆ ਜਾਊਗਾ, ਇੱਕ ਬੰਦੇ ਨੂੰ 200 ਰੁਪਏ ਖਰਚਾ ਆ ਜਾਊਗਾ, ਤੇ ਕੋਈ ਚੱਕਰ ਨਹੀਂ। ਸਾਡੇ ਕਿ ਜਿਹੜੀ ਕਮੀ ਹੈ, ਆਪਣੀਆਂ ਕਮੀਆਂ ਨੂੰ ਆਪ ਦੂਰ ਕਰਨਾ ਸ਼ੁਰੂ ਕਰੀਏ ਤਾਂ ਫਿਰ ਅਸੀਂ ਗੱਲ ਕਰ ਸਕਦੇ ਹਾਂ। ਜਦੋਂ ਮੈਂ ਪਿੰਡ 'ਚ ਆਪਣੇ 'ਚ ਗੱਲ ਕਰਦਾ ਨਾ,
ਮੈਂ ਆਪਣੇ ਪਿੰਡ ਚੱਕੇ ਦੀ ਮਟਰਾਂ ਦੀ ਇੱਕ ਤਰੀਕ ਦਿੱਤੀ ਸੀ, ਕਿਉਂਕਿ ਮੈਂ 2011 'ਚ ਖੇਤੀ ਕਰਨੀ ਸ਼ੁਰੂ ਕੀਤੀ ਸੀ ਆਪ। ਉਹਦੇ ਅਕੋਰਡਿੰਗ ਮੇਰੇ ਕੋਲ ਪਿਛਲਾ ਸਾਰਾ ਡਾਟਾ ਹੁੰਦਾ ਕਿ ਕਿਹੜੇ ਟਾਈਮ 'ਤੇ ਅਸੀਂ ਕਿਹੜੇ ਕੰਮ ਕਰਨਾ, ਕਿਹੜਾ ਨਹੀਂ ਕਰਨਾ। ਮੈਂ ਇੱਕ ਡੇਟ ਦਿੱਤੀ ਸੀ ਮਟਰਾਂ ਤੇ। ਇਸ ਵਾਰ ਇੱਥੇ ਮੇਰੇ ਮਿੱਤਰ ਉਹ ਮੇਰੇ ਨਾਲ ਬੈਠੇ ਆ ਵੀਰ ਹੁਣੀ, ਉਹਨਾਂ ਨੂੰ ਮੈਂ ਇੱਕ ਆਖਿਆ ਸੀ ਮੇਰੇ ਕੋਲ ਮੈਨੂੰ ਮਿਲਣਾ ਸੀ। ਮੈਂ ਕਿਹਾ ਭਾਜੀ ਜੇ ਮੇਰੇ ਮਟਰ 25 ਤਰੀਕ ਤੋਂ ਲੈ ਕੇ ਤੇ 3 ਤਰੀਕ ਤੱਕ ਬੀਜੇ ਗਏ ਤੇ ਮੈਂ ਬੀਜਣੇ, ਨਹੀਂ ਤੇ ਮੇਰੇ ਖੇਤ ਖਾਲੀ ਰਹਿ ਜਾਣ, ਮੈਨੂੰ ਕੋਈ ਟੈਨਸ਼ਨ ਨਹੀਂ। ਉਹਨਾਂ ਦਿਨ ਉਹ ਦਿਨ ਪਰਫੈਕਟ ਟੈਂਪਰੇਚਰ ਹੈ ਜੀ, 1-2 ਦਿਨ ਅੱਗੇ ਜਾਂ 1-2 ਦਿਨ ਪਿੱਛੇ ਹੋ ਸਕਦੇ ਆ ਮੌਸਮ ਦੀ ਤਬਦੀਲੀ ਨੂੰ ਵੇਖ ਕੇ। ਠੀਕ ਹੈ ਜੀ, ਹਰ ਇੱਕ ਚੀਜ਼ ਦੀ ਇੱਕ ਟਾਈਮ ਵਿੰਡੋ ਹੁੰਦੀ ਹੈ। ਜੇ ਤੁਸੀਂ ਉਸ ਟਾਈਮ ਵਿੰਡੋ ਨੂੰ ਕੈਪਚਰ ਕਰ ਲਿਆ ਤੇ ਤੁਹਾਨੂੰ ਮਾਰਕੀਟ ਉਹਦੀ ਚੰਗੀ ਮਿਲ ਸਕਦੀ ਹੈ, ਚੰਗੀ ਮਾਰਕੀਟ ਮਿਲ ਸਕਦੀ ਹੈ, ਪਰ ਪ੍ਰੋਡਕਸ਼ਨ ਚੰਗੀ ਮਿਲ ਸਕਦੀ ਆ। ਹੁਣ ਮਟਰਾਂ ਦੀ ਤੜਾਈ ਸਾਡੇ ਕਰ ਲਈ ਹੈ ਜੀ, ਮੇਰੇ ਗੁਆਂਢੀਆਂ ਨੇ ਵੀ ਕਰ ਲਈ ਹੈ ਤੇ 4-4 ਕੁਇੰਟਲ ਜਿਹੜਾ ਉਹ ਝਾੜ ਨਿਕਲਿਆ ਹੈ। 16,000 ਦੇ ਜੇ ਮੰਨ ਲਓ 40-45 ਰੁਪਏ ਅੱਜ ਦਾ ਮਟਰ ਦਾ ਰੇਟ ਆ। 16,000 ਦੇ ਉਹਨਾਂ ਮਟਰ ਵੇਚੇ ਆ ਤੇ 17,000 ਦਾ ਤੇ ਇਕੱਲਾ ਬੀਜ ਪਾਇਆ ਜੀ। 17,000 ਦਾ ਇਕੱਲਾ ਬੀਜ ਪਿਆ ਜੀ। ਬਾਅਦ ਉੱਪਰ ਜਿਹੜੇ ਖਰਚੇ ਆਏ ਉਹ ਫੇਰ ਵੱਖਰੇ, ਸਪਰੇਆਂ ਲਾ ਲਓ, ਖਾਦਾਂ ਲਾ ਲਓ। ਤਾਂ ਉਹ ਜਿਹੜੀਆਂ ਆਪਣੀਆਂ ਕਮੀਆਂ ਹੈ ਜੀ, ਉਹਨੂੰ ਆਪਾਂ ਹੌਲੀ ਹੌਲੀ ਸਾਰੇ ਰਲ ਮਿਲ ਕੇ ਦੂਰ ਕਰਨਾ ਸ਼ੁਰੂ ਕਰੀਏ ਤਾਂ ਬਹੁਤ ਵਧੀਆ ਹੈ ਜੀ। ਪਰ ਸਾਡੇ 'ਚ ਇੱਕ ਜਿਹੜੀ ਘਾਟ ਹੈ ਉਹ ਸਭ ਤੋਂ ਵੱਧ ਰੜਕਦੀ ਹੈ ਜਿਹੜੀ ਮੈਨੂੰ, ਕਿ ਅਸੀਂ ਕਿਸੇ ਨੂੰ ਇਹ ਨਹੀਂ ਪੁੱਛਦੇ ਵੀ ਸਵਾਲ ਜਿਹੜਾ ਪੁੱਛਣਾ ਹੈ ਜੀ ਬਹੁਤ ਜ਼ਰੂਰੀ ਹੈ। ਮੈਂ ਸਵਾਲ ਪੁੱਛ ਕੇ ਇੱਥੋਂ ਤੱਕ ਪਹੁੰਚਿਆ ਜੀ। ਮੈਨੂੰ ਕਿਤੇ ਵੀ ਕੋਈ ਸੱਜਣ ਮਿੱਤਰ ਮਿਲਦਾ ਹੈ, ਮੈਂ ਸਵਾਲ ਪੁੱਛਦਾ ਜੀ ਉਹਨੂੰ ਵੀ ਭਾਈ ਜੀ ਤੁਸੀਂ ਇਸ ਕੰਮ ਦੇ ਮਾਹਰ ਜੋ, ਅੱਜ ਵੀ ਪੁੱਛਦਾ, ਕੱਲ ਵੀ ਪੁੱਛ ਕੇ ਹਟਿਆ ਬਈ ਤੁਸੀਂ ਇਸ ਕੰਮ ਦੇ ਮਾਹਰ ਜੋ, ਹੁਣ ਇਸ ਕੰਮ 'ਚ ਜੇ ਆਹ ਵਾਲੀ ਸਮੱਸਿਆ ਆ ਰਹੀ ਹੈ ਤਾਂ ਕੀ ਹੱਲ ਕਰੀਏ। ਬੈਕਟੀਰੀਅਲ ਬਲਾਈਟ ਦੀ ਸਮੱਸਿਆ ਇਸ ਵਾਰ ਬਹੁਤ ਜ਼ਿਆਦਾ ਆਈ ਹੈ ਜੀ। ਪਰ ਜੇ ਆਪਾਂ ਵੈਰਾਈਟੀਆਂ ਜਿਹੜੀਆਂ ਉਹ ਐਸੀਆਂ ਚੁਣਵੀਆਂ ਜਾਣ, ਜਿਵੇਂ ਹੁਣ ਇਹ ਵੈਰਾਈਟੀ ਹੈ ਜੀ, ਬੈਕਟੀਰੀਅਲ ਬਿਮਾਰੀਆਂ ਨਹੀਂ ਆਉਂਦੀਆਂ ਇਹਨਾਂ ਨੂੰ, ਪਰ ਫਿਰ ਵੀ ਆਪਾਂ ਬੈਕਟੀਰੀਸਾਈਡ ਦੇ ਨਾਲ ਇਹਨੂੰ ਸੋਧ ਸਕਦੇ ਹਾਂ ਜੀ। ਝੋਨੇ 'ਚ ਜੇ BLB ਆਈ ਹੈ ਜੀ, ਤੇ ਹੁਣ ਆਪਾਂ ਜਿਹੜਾ ਸੀਡ ਟ੍ਰੀਟਮੈਂਟ ਕਰਨਾ, 90% ਲੋਕ ਝੋਨਾ ਜਦੋਂ ਬੀਜਦੇ ਆ ਉਹ ਬੀਜ ਨੂੰ ਟ੍ਰੀਟ ਨਹੀਂ ਕਰਦਾ, ਸੀਡ ਟ੍ਰੀਟਮੈਂਟ ਨਹੀਂ ਕਰਦੇ ਉਹਦਾ। ਬਿਮਾਰੀਆਂ ਆਉਣ ਦਾ ਇਹ ਵੀ ਇੱਕ ਮੁੱਖ ਕਾਰਨ ਹੈ, ਕਿਉਂਕਿ ਸੀਡ ਆ ਜਿਹੜਾ ਉਹ ਪੈਕ ਹੋਇਆ ਹੁੰਦਾ ਹੈ, ਗ੍ਰੇਡਿੰਗ ਵਗੈਰਾ ਚਲੋ ਵਧੀਆ, ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਨਾ ਕੋਈ ਅੰਸ਼ ਹੈ ਜਿਹੜਾ ਉਹ ਬਿਮਾਰੀ ਦਾ ਰਹਿ ਜਾਂਦਾ, ਉਹ ਅੱਗੇ ਜਾ ਕੇ ਵੱਧ ਜਾਂਦਾ। ਸੀਡ ਟ੍ਰੀਟਮੈਂਟ ਜਿਹੜਾ ਬੀਜ ਨੂੰ ਸੋਧਣਾ ਜ਼ਰੂਰੀ ਹੈ ਜੀ, ਚਾਹੇ ਉਹ ਕਣਕ ਦਾ ਚਾਹੇ ਉਹ ਝੋਨੇ ਦਾ। ਤੁਹਾਡੀਆਂ 50 ਤੋਂ 70% ਬਿਮਾਰੀਆਂ ਆਉਣੋਂ ਹਟ ਜਾਣਗੀਆਂ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਬੀਜ ਕਿਹੜੀ ਚੀਜ਼ ਨਾਲ ਸੋਧਣਾ। ਇਸ ਦੇ ਸੰਬੰਧ 'ਚ ਤੁਸੀਂ ਜ਼ਰੂਰ ਥੋੜਾ ਜਿਹਾ ਇੱਕ ਦੂਜੇ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰੋ। ਜੇ ਕੋਈ ਚੀਜ਼ ਚੰਗਾ ਰਿਜ਼ਲਟ ਦਿੰਦੀ ਹੈ ਤਾਂ ਗਵਾਂਢੀ ਨੂੰ ਦੱਸਣਾ ਸ਼ੁਰੂ ਕਰੋ। ਡੱਬੇ ਲਗਾਉਣ ਵਾਲਾ ਕੰਮ ਹੈ ਜਿਹੜਾ ਉਹ ਬੰਦ ਕਰ ਦਈਏ ਤਾਂ ਚੰਗੀ ਗੱਲ ਹੈ। ਮੈਂ ਦੇਖਿਆ ਹੈ ਜੀ ਇਹ ਸਾਰਾ ਸਿਸਟਮ, ਜਿਹੜੀ ਗੱਲ, ਕਿਉਂਕਿ 10-11 ਸਾਲ ਲੱਗੇ ਜੀ। ਮੈਂ ਕਰਨਾਟਕਾ ਤੋਂ ਹੋ ਕੇ ਆਇਆ, ਮੈਂ ਬੰਗਲੌਰ ਤੋਂ ਹੋ ਕੇ ਆਇਆ, ਮੈਂ ਸਿੱਖ ਕੇ ਆਇਆ, ਕਿਤੇ ਨਾ ਕਿਤੋਂ ਮੈਂ ਚੱਲ ਜਾਂਦਾ ਜੀ। ਮੇਰਾ 5-7 ਲੱਖ ਰੁਪਈਆ ਜਿਹੜਾ ਘੱਟ ਤੋਂ ਘੱਟ ਟਰੈਵਲਿੰਗ ਦਾ ਖਰਚਾ ਹੀ ਆਇਆ ਹੈ ਜੀ, ਕਿ ਕਿੱਥੋਂ ਜਾ ਕੇ ਕੁਝ ਸਿੱਖਿਆ, ਕਿੱਥੋਂ ਜਾ ਕੇ ਕੁਝ ਸਿੱਖਿਆ। ਹੁਣ ਮੈਂ ਵੀ ਤੋਂ 60 ਕਿਲੋਮੀਟਰ ਤੋਂ ਆਇਆ ਜੀ। ਆਓ ਲੱਕੀ ਭਾਜੀ ਸਮਾਪਤੀ ਕਰੀਏ। ਆ ਜਾਓ, ਇਹਨੂੰ ਬੁਲਾ ਦਿਓ। ਆਓ ਚੇਅਰਮੈਨ ਸਾਹਿਬ। ਕਰੀਏ ਸਮਾਪਤੀ। ਬਾਕੀ ਜੀ ਮੈਂ ਕਿਸਾਨ ਭਰਾਵਾਂ ਨੂੰ ਇੱਥੇ ਆਇਆ ਤੇ ਬਹੁਤ ਜੀ ਆਇਆਂ ਕਹਿੰਦਾ ਜੀ। ਬਾਕੀ ਸਾਡੀ ਕੋਸ਼ਿਸ਼ ਤੇ ਇਹੋ ਹੀ ਹੈ ਜੀ, ਆਪਾਂ ਕਿਸੇ ਨੂੰ ਚੰਗਾ ਸੀਡ ਦਈਏ, ਚੰਗਾ ਕੰਮ ਕਰੀਏ। ਬਾਕੀ ਦੇਖੋ ਕੁਦਰਤ ਦੇ ਹੱਥ ਹੈ ਜੀ। ਇੱਥੇ ਐਤਕੀ ਸਾਡੇ ਇਲਾਕੇ ਦੇ ਵਿੱਚ ਮੇਰਾ 24 ਤਰੀਕ ਨੂੰ ਇੰਨੀ ਬਾਰਿਸ਼ ਹੋਈ, ਗੜੇ ਪਏ, ਇੱਕ ਦਾਣਾ ਵੀ ਨਹੀਂ ਰਿਹਾ ਬਾਸਮਤੀ ਤੇ। ਪਰਮਲਾਂ ਦਾ ਝਾੜ ਤਕਰੀਬਨ 50% ਰਹਿ ਗਿਆ। ਬਾਕੀ ਆਪਾਂ ਤੇ ਜੀ ਮਿਹਨਤ ਕਰਨੀ ਹੈ ਤੇ ਮਿਹਨਤ ਕਰਾਂਗੇ। ਬਾਕੀ ਕੋਈ ਕੁਦਰਤ ਦੇ ਹੱਥ ਹੈ ਜੀ। ਬਾਕੀ 303 DBW 303 ਬਹੁਤ ਵਧੀਆ ਵੈਰਾਈਟੀ ਹੈ। ਇਹਨੂੰ ਬੀਜਿਓ, ਇਹਦੀ ਦੇਖ ਰੇਖ ਕਰਿਓ, ਬਾਕੀ ਤੁਹਾਨੂੰ ਵਧੀਆ ਰਿਜ਼ਲਟ ਦੇਗੀ ਜੀ। ਸਾਰਿਆਂ ਦਾ ਇੱਥੇ ਧੰਨਵਾਦ ਆ ਉੱਤੇ ਜੀ। ਇਸ ਵੈਰਾਈਟੀ ਬਾਰੇ ਆਪਾਂ ਇੱਕ ਸਪੈਸ਼ਲ, ਮੈਂ ਸਾਰਿਆਂ ਨਾਲ ਸਲਾਹ ਕਰਕੇ, ਜਿਹੜੇ ਪ੍ਰੋਫੈਸ਼ਨਲ ਹੈ ਜਾਂ ਮਾਹਰ ਹੈ ਉਹਨਾਂ ਦੇ ਨਾਲ ਸਲਾਹ ਕਰਕੇ ਇੱਕ ਆਪਾਂ ਸਪੈਸ਼ਲ 2-4 ਵੀਡੀਓ ਇਕੱਲੀ ਇਸ ਵੈਰਾਈਟੀ 'ਤੇ ਕਰਾਂਗੇ। ਤਾਂ ਤੁਸੀਂ ਮੋਸਟਲੀ ਮੇਰੇ ਸਾਰੇ ਵੀਡੀਓ ਜਾਣਦੇ ਹੋ ਤਾਂ ਦੇਖਦੇ ਰਹੋ। ਆਪਾਂ ਇੱਥੇ ਗੱਲ ਕਰਾਂਗੇ, ਜਾਂ ਗਰੁੱਪ ਜਿਨ੍ਹਾਂ ਨੇ ਜੁਆਇਨ ਕੀਤੇ ਆ ਉਹ ਗਰੁੱਪ 'ਚ ਬਣੇ ਰਹੋ। ਉਹਦੇ 'ਚ ਆਪਾਂ ਸਾਰੀ ਗੱਲਬਾਤ ਇਹਨਾਂ ਵੈਰਾਈਟੀਆਂ ਬਾਰੇ ਕਰਦੇ ਰਹਾਂਗੇ। ਹੁਣ ਇੱਕ ਗੱਲ ਹੋਰ ਜੀ, ਮਾਡਰਨ ਐਗਰੀ ਸੀਡ ਦਾ ਕੋਈ ਵੀ ਸੀਡ ਕਿਸੇ ਨੂੰ ਵੀ ਚਾਹੀਦਾ ਹੋਏ, ਦੁਬਾਰਾ ਤੋਂ ਇੱਥੇ ਆਉਣ ਦੀ ਜ਼ਰੂਰਤ ਨਹੀਂ। ਜੇ ਅਸੀਂ ਸੱਦਾਂਗੇ ਤਾਂ ਮੋਸਟ ਵੈਲਕਮ, ਤੁਸੀਂ ਆ ਵੀ ਸਕਦੇ ਹੋ, ਕੋਈ ਚੱਕਰ ਨਹੀਂ। ਪਰ ਤੁਹਾਡੇ ਏਰੀਆ 'ਚ ਸੀਡਾਂ ਦੀ ਅਵੇਲੇਬਿਲਿਟੀ ਤੁਹਾਡੇ ਲੋਕਲ ਦੁਕਾਨਾਂ ਤੋਂ ਮਿਲ ਜਾਊਗਾ ਤੁਹਾਨੂੰ। 2 ਨੰਬਰ ਮੈਂ ਪਹਿਲਾਂ ਸ਼ੇਅਰ ਕੀਤੇ ਸੀ, ਉਹਨਾਂ 2 ਨੰਬਰਾਂ 'ਤੇ ਫੋਨ ਕਰਕੇ, ਜਾਂ ਇੱਥੇ ਭਾਜੀ ਹੁਣੀ ਉਹ ਖੜੇ ਆ ਜੀ, ਉਹਨਾਂ ਕੋਲ ਤੁਸੀਂ ਆਪਣੇ ਲੋਕਲ ਏਰੀਆ ਦਾ ਨੰਬਰ ਲੈ ਸਕਦੇ ਹੋ ਵੀ ਤੁਹਾਡੇ ਲਾਗੇ ਕਿਹੜਾ ਦੁਕਾਨਦਾਰ ਹੈ, ਉੱਥੋਂ ਤੁਸੀਂ ਇਹਨਾਂ ਦਾ ਕੋਈ ਵੀ ਸੀਡ ਹੈ ਜਿਹੜਾ ਉਹ ਖਰੀਦ ਸਕਦੇ ਹੋ। ਕਣਕ ਦਾ ਬੀਜ ਹੈ, ਝੋਨੇ ਦਾ ਬੀਜ ਹੈ। ਜੇ ਕੋਈ ਵੇਖਣਾ ਚਾਹੁੰਦਾ ਹੈ ਭਾਈ ਸੀਡ ਤਿਆਰ ਕਿਵੇਂ ਹੁੰਦਾ, ਗ੍ਰੇਡਿੰਗ ਕਿਵੇਂ ਹੁੰਦੀ ਹੈ, ਸਫਾਈ ਕਿਵੇਂ ਹੁੰਦੀ ਹੈ, ਤਾਂ ਮਸ਼ੀਨਾਂ ਵੀ ਅਸੀਂ ਤੁਹਾਨੂੰ ਉਹਨਾਂ ਦਾ ਵੀ ਦੌਰਾ ਜਿਹੜਾ ਉਹ ਕਰਵਾ ਦਿੰਦੇ ਆ। ਭਾਜੀ ਇੱਕ ਟੂਰ ਤੁਸੀਂ ਜ਼ਰੂਰ ਲਵਾਉਣਾ ਹੈ ਜੀ। ਵੀ ਵੇਖੋ ਜੀ, ਕਰੋੜ ਰੁਪਏ ਦੇ ਲਗਭਗ ਜਿਹੜੀ ਮਸ਼ੀਨ ਹੀ ਲੱਗੀ ਹੈ ਜਿਹੜੀ ਦਾਣੇ ਸਾਫ਼ ਕਰਦੀ ਹੈ।
ਉਹ ਤੁਸੀਂ ਦੇਖਿਓ। ਤੇ ਪ੍ਰਸ਼ਾਦਾ ਪਾਣੀ ਤਿਆਰ ਹੈ ਜੀ, ਸਾਰਿਆਂ ਨੇ ਛਕ ਕੇ ਜਾਣਾ ਹੈ। ਤੁਹਾਡੇ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ। ਆਪਾਂ ਬੀਜ ਪਹਿਲਾਂ ਡਿਸਟ੍ਰੀਬਿਊਟ ਕਰਦੇ ਹਾਂ ਜੀ। ਵੀ ਡਿਸਟ੍ਰੀਬਿਊਟ ਬਾਅਦ ਚ ਕਰਾਂਗੇ, ਪਹਿਲਾਂ ਪ੍ਰਸ਼ਾਦਾ ਛਕ ਲਈਏ। ਪਹਿਲਾਂ ਰੱਖਣਗੇ ਵਿਚਾਰੇ, ਫਿਰ ਜਦੋਂ ਜਾਣਗੇ ਨਾ ਉੱਥੇ ਗੱਡੀਆਂ। ਹਾਂ, ਪਹਿਲਾਂ ਪ੍ਰਸ਼ਾਦਾ ਕਹਿੰਦੇ ਭਾਜੀ ਹੁਣੀ ਕਹਿੰਦੇ ਵੀ ਤਿਆਰ ਹੈ, ਪ੍ਰਸ਼ਾਦਾ ਤੁਸੀਂ ਛਕੋ ਤੇ ਨਾਲ ਨਾਲ ਆਪਣਾ ਬੀਜ ਲੈ ਕੇ ਤੇ ਆਪਾਂ ਸਮਾਪਤੀ ਵੱਲ ਵਧਾਂਗੇ ਜੀ। ਤੇ ਜੇ ਕੋਈ ਵੇਖਣਾ ਚਾਹੁੰਦਾ ਹੈ ਤਾਂ ਭਾਜੀ ਮਾੜਾ ਜਿਹਾ ਆਪਣਾ ਸਿਸਟਮ ਆਪਾਂ ਵਿਖਾਈਏ ਵੀਰ ਜੀ ਹੁਣਾਂ ਨੂੰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।